अश्विन इंडिया तो ज्वाइन कर रही है। अच्छा ओ बई डॉली जी ਇੰਨੀਆਂ ਪਿਆਰੀਆਂ ਤੁਹਾਡੀਆਂ ਬੇਟੀਆਂ ਨੇ, ਮੈਂ ਤੇ ਇਹਨਾਂ ਵੱਲੋਂ ਦੇਖਦੀ ਰਹਿੰਦੀ ਆ। ਇਸ ਉਮਰ ਦੇ ਵਿੱਚ ਇਹ ਬੱਚੇ, ਇੰਨੀ ਵੱਡੀ ਕਿਰਪਾ ਇਹਨਾਂ ਤੇ ਹੈ, ਮੈਂ ਤੇ ਹੈਰਾਨ ਹੋ ਗਈ ਆ। ਐਂਡ ਮੈਂ ਚਾਹੁੰਦੀ ਆ ਕਿ ਹਰ ਫੈਮਿਲੀ ਵਿੱਚ ਇਹੋ ਜਿਹੇ ਬੱਚੇ ਹੋਣ ਜਿਨ੍ਹਾਂ ਦੀ ਰੀਸ ਕਰਕੇ ਦੂਸਰੇ ਬੱਚੇ ਜਿਹੜੇ ਨੇ ਵੀ ਇਸ ਪਾਸੇ ਲੱਗਣ। ਬੜਾ ਹੀ ਅੱਛਾ ਲੱਗਦਾ। जी सारी फैमिली च है इत्थे लवलीन जी ने, उन्होंने बच्चे बहुत अगे वधे हुए ने। की कहंदे अश्विन जिहड़ी है ना, भी मेरी बच्ची जी है, इंडिया तो ज्वाइन कर रही है। अच्छा अच्छा इंडिया रहंदी है, इत्थे नहीं रहंदी? हाँ जी पार्ट ऑफ साध संगत हैगी, पार्ट ऑफ साध संगत हैगी। वो सवेर दी विचार च आंदी सी ते ओनू ए विचार दा पता लगा तो देन शी डिसाइडेड टू कम। पर देखो ना कितनी छेती उठी है ज्वाइन करने लिए इंडिया दे टाइम वेस्ट। बिल्कुल बिल्कुल बिल्कुल। ते बाकी जेडे सारे बच्चे गुरु साहब कृपा बनान कि सारे साडे सारे बच्चे जेडे हैगे वो इस पासे लगन। किथे रहंदे हो बेटे तुसी उत्थे इंडिया विच? मैं दिल्ली विच रहंदी हां। हां दिल्ली च केड़ी थां? जनकपुरी। जनकपुरी, अच्छा ठीक। चलो फिर शुरू करने हैं, ठीक है। एक ओंकार सतनाम करता पुरख निरभव निर्वैर अकाल मूरत आजोनी सैभं गुर प्रसाद। जप आद सच जुगाद सच है पी सच नानक होसी पी सच। सो अज दा साडा टॉपिक जिहड़ा है बड़ा इंटरेस्टिंग है, बड़ा इंपॉर्टेंट है, प्रैक्टिकल है, लाइफ का एम है, फाइनल रियलाइजेशन का स्टेप है, जिथों शुरू करके असी अगे वधना वधदे 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 जाना। क्योंकि मेरिया जड़ियां सीरीज ने मैं शुरू कीतियां ने कि असी प्रैक्टिकल लाइफ दे विच परमात्मा नूं किवें जानना। ਉਹਦੇ ਨਾਲ ਇਹ फायदा ਹੁੰਦਾ कि ਜਿਉਂ-ਜਿਉਂ ਅਸੀਂ ਗੁਰਬਾਣੀ ਪੜ੍ਹਨੇ ਆ ਅਸੀਂ ਉਸ ਵਿਚਾਰ ਨਾਲ ਪੜ੍ਹਨੇ ਆ, ਜਿਉਂ-ਜਿਉਂ ਅਸੀਂ ਲਾਈਫ ਜੀਨੇ ਆ ਅਸੀਂ ਉਸ ਵਿਚਾਰ ਨਾਲ ਜੀਨੇ ਆ। ਵੈਸੇ ਸਾਨੂੰ ਸਭ ਨੂੰ ਥਿਊਰੀ ਵਿੱਚ ਪਤਾ ਹੈ, ਪਰ ਮੈਨੂੰ ਆਪਣਾ ਪਤਾ ਹੈ ਕਿ ਇਹਨੂੰ ਪ੍ਰੈਕਟੀਕਲ ਵਿੱਚ ਲਿਆਉਣ ਵਾਸਤੇ ਹੋਰ ਤਰ੍ਹਾਂ ਦਾ ਐਕਸਪੀਰੀਅੰਸ, ਹੋਰ ਤਰ੍ਹਾਂ ਦਾ ਐਟੀਟਿਊਡ, ਹੋਰ ਤਰ੍ਹਾਂ ਦੀ ਪ੍ਰੈਕਟਿਸ ਚਾਹੀਦੀ ਹੈ। नहीं तो ये लाइफ दे विच नहीं आंदा और असी सोचने असी बाणी पढ़ रहे हैं अपने आप होएगा, पर नहीं। क्योंकि असी जिस चीज ते ध्यान पाने जिस चीज नूं समझने वो ही साडे जीवन का हिस्सा बनदी है। सो अज दा टॉपिक है मैं मेरी। मैं की हाँ, मैं इस संसार विच क्यों आया वा, मेरे जीवन का पर्पज की है, मैं की करना है, किस तरह करना है, किन्ना बंधना तो मुक्ति पानी है, किस तरह मुक्ति पानी। वैसे सफर ते ए बड़ा लंबा है, लेकिन सूनर और लेटर ये सफर तो सानू लेना ही पैना है। जिन्नी जल्दी लै लईए उन्नी जल्दी असी ठीक रस्ते ते आ जावांगे। साडा सारा जीवन का प्रॉब्लम ही ये है और सारी प्रैक्टिस ही है, सारा अध्यात्म ही ये डिपेंड है, अपने आप नू जानना,
ਜਿਹਨੂੰ ਅਸੀਂ ਰਿਅਲਾਈਜੇਸ਼ਨ ਕਹਿੰਦੇ ਆ, ਮੁਕਤੀ ਕਹਿੰਦੇ ਆ। ਕਿਉਂਕਿ ਜਿੰਨਾ ਚਿਰ ਅਸੀਂ ਕਲੀਅਰਲੀ ਇਹਨੂੰ ਆਪਣੇ ਦਿਮਾਗ ਦੇ ਵਿੱਚ, ਆਪਣੇ ਮਨ ਦੇ ਵਿੱਚ ਬਿਠਾ ਨਾ ਲਈਏ ਕਿ ਕੀ ਇਹ ਮਨ ਉਹਨੂੰ ਮੰਨਦਾ ਨਹੀਂ। ਸੋ ਅੱਜ ਅਸੀਂ ਦੇਖਦੇ ਹਾਂ ਕਿ ਇਹਦੀ ਇੰਨੀ ਜ਼ਰੂਰਤ ਕਿਉਂ ਹੈ। ਤਾਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ, ਸਰੀਰ ਨੂੰ ਦੇਖਦੇ ਹਾਂ। ਸਰੀਰ ਨੂੰ ਦੇਖਦੇ ਹਾਂ ਤੇ ਕਲੀਅਰਲੀ ਨਜ਼ਰ ਆਉਂਦਾ ਸਰੀਰ ਹੈ। ਸਰੀਰ ਦੇ ਨਾਲ ਸਾਡੇ ਹੱਥ ਪੈਰ ਚੱਲ ਰਹੇ ਨੇ, ਸਰੀਰ ਦੇ ਨਾਲ ਸਾਡੀਆਂ ਇੰਦਰੀਆਂ ਚੱਲ ਰਹੀਆਂ ਨੇ, ਸਰੀਰ ਦੇ ਨਾਲ ਸਾਡਾ ਮਨ ਚੱਲ ਰਿਹਾ। ਥਿਊਰੀ ਵੀ ਸਾਨੂੰ ਪਤਾ ਹੈ ਕਿ ਮੈਂ ਕੀ ਕਰਨਾ ਹੈ, ਲੇਕਿਨ ਪ੍ਰੈਕਟੀਕਲ ਲਾਈਫ ਵਿੱਚ ਉਹ ਭੁੱਲ ਜਾਂਦਾ ਹੈ, ਕਿਉਂਕਿ ਉਹ ਪ੍ਰੈਕਟਿਸ ਦੇ ਵਿੱਚ ਅਜੇ ਪੂਰੀ ਤਰ੍ਹਾਂ ਆਇਆ ਹੈ। ਹੁਣ ਅਸੀਂ ਦੇਖੋ, ਜਿਸ ਘਰ ਵਿੱਚ ਰਹਿੰਦੇ ਹਾਂ ਉਹਦੇ ਵਿੱਚ ਮੈਨੂੰ ਪਤਾ ਮੈਂ ਇਸ ਘਰ ਵਿੱਚ ਰਹਿਣਾ। ਇਹ ਘਰ ਇੱਟਾਂ ਦਾ, ਸੀਮੈਂਟ ਦਾ ਬਣਿਆ ਹੋਇਆ ਹੈ, ਜਾਂ ਇੱਥੇ ਤੇ ਜ਼ਿਆਦਾ ਲੱਕੜੀ ਦੇ ਨੇ। ਮੈਂ ਇਸ ਘਰ ਵਿੱਚ ਰਹਿਣਾ ਵਾਂ, ਇਹ ਮੇਰਾ ਸਰੀਰ ਇਸ ਘਰ ਵਿੱਚ ਰਹਿੰਦਾ। ਸੋ ਇਹ ਬੜਾ ਆਸਾਨ ਹੈ ਜਾਣਨਾ, ਕਿਉਂਕਿ ਘਰ ਨਜ਼ਰ ਆਉਂਦਾ, ਸਰੀਰ ਨਜ਼ਰ ਆਉਂਦਾ। ਸੋ ਸਰੀਰ ਜਿਹੜਾ ਹੈ, ਮੇਰਾ ਸਰੀਰ ਹੈ, ਬੋਡੀ ਹੈ, ਇਹ ਵੀ ਇੱਕ ਘਰ ਹੈ। ਇਸ ਘਰ ਦੇ ਵਿੱਚ ਇਹਨੂੰ ਚਲਾਉਣ ਵਾਲਾ ਕੌਣ ਹੈ? ਜਿਹਦੇ ਨਾਲ ਮੇਰੀਆਂ ਗਿਆਨ ਇੰਦਰੀਆਂ, ਮੇਰੀਆਂ ਕਰਮ ਇੰਦਰੀਆਂ, ਮੇਰਾ ਮਨ, ਸਾਰਾ ਕੁਝ ਚੱਲ ਰਿਹਾ। ਮੇਰੀ ਦੁਨੀਆ ਪੂਰੀ ਚੱਲ ਜਾਂਦੀ ਹੈ ਵਿਦਆਊਟ ਜਾਣਨ ਤੋਂ ਕਿ ਇਸ ਤੋਂ ਇਲਾਵਾ ਵੀ ਕੁਝ ਹੈ। ਮੈਨੂੰ ਕਿਉਂਕਿ ਸਰੀਰ ਦੀ ਰਾਹੀਂ ਸਾਰਾ ਕੰਮ ਹੋ ਰਿਹਾ। ਮੈਂ ਦੇਖ ਰਿਹਾ ਵਾਂ, ਮੈਂ ਸੁਣ ਰਿਹਾ ਵਾਂ, ਮੈਂ ਖਾ ਰਿਹਾ ਵਾਂ, ਮਹਿਸੂਸ ਕਰ ਰਿਹਾ ਵਾਂ, ਮੈਂ ਚੱਲ ਰਿਹਾ ਵਾਂ, ਮੈਂ ਕਰ ਰਿਹਾ ਵਾਂ। ਇਹ ਸਾਰਾ ਸਰੀਰ ਦੇ ਥਰੂ ਹੋ ਰਿਹਾ। ਸੋ ਇੱਕ ਅੰਦਰ ਇੱਕ ਵਿਸ਼ਵਾਸ ਹੀ ਬਣ ਗਿਆ ਕਿ ਇਹ ਸਰੀਰ ਹੀ ਸਭ ਕੁਝ ਕਰ ਰਿਹਾ। ਭਾਵੇਂ ਮੈਂ ਆਪਣੇ ਆਪ ਨੂੰ ਯਾਦ ਕਰ ਲੈਣਾ ਕਿ ਮੈਂ ਸਰੀਰ ਨਹੀਂ, ਮੈਂ ਸਰੀਰ ਨਹੀਂ, ਪਰ ਪ੍ਰੈਕਟਿਸ ਵਿੱਚ ਉਹ ਨਹੀਂ ਆਉਂਦਾ। ਕਿਉਂਕਿ ਕਰਮ ਇੰਦਰੀਆਂ ਦਾ, ਗਿਆਨ ਇੰਦਰੀਆਂ ਦਾ ਮੂੰਹ ਬਾਹਰਲੇ ਪਾਸੇ ਹੈ, ਅੰਦਰਲੇ ਪਾਸੇ ਦੇਖਣਾ ਮੁਸ਼ਕਿਲ ਹੈ। ਬਾਹਰ ਦੇਖਣਾ ਬੜਾ ਆਸਾਨ ਹੈ। ਇਨ ਰਿਐਲਿਟੀ ਸਾਡਾ ਜੀਵਨ ਜਿਹੜਾ ਹੈ ਉਹ ਮੇਨਲੀ ਬਾਹਰ ਹੀ ਚੱਲ ਰਿਹਾ ਹੈ। ਜਿੰਨਾ ਚਿਰ ਅਸੀਂ ਗੁਰਬਾਣੀ ਦੀ ਸ਼ਰਨ ਨਹੀਂ ਲੈਂਦੇ, ਸਾਨੂੰ ਪਤਾ ਨਹੀਂ ਲੱਗਦਾ। ਅਸੀਂ ABCD ਦਾ ਵੀ ਸਾਨੂੰ ਪਤਾ ਨਹੀਂ ਲੱਗਦਾ। ਅੱਗੇ ਤੇ ਅਸੀਂ ਬਾਅਦ ਵਿੱਚ ਜਾ ਕੇ ਵਧਦੇ ਹਾਂ। ਸੋ ਉਹ ਗਿਆਨ ਨਾ ਹੋਣ ਕਰਕੇ ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਗਾਈਡਡ ਹੁੰਦੇ ਨੇ ਸਰੀਰ ਦੇ ਭਾਵ ਨਾਲ। ਇੱਕ ਵਾਰੀ ਮੈਂ ਤੁਹਾਨੂੰ ਸਮਝਾਇਆ ਸੀ, ਉਹਦੇ ਨਾਲ ਸਮਝਣਾ ਬੜਾ ਸੌਖਾ ਹੋ ਜਾਏਗਾ ਜੋ ਮੈਂ ਫਰਦਰ ਬੋਲਾਂਗੀ, ਕਿ ਮਨ ਜਿਹੜਾ ਹੈ, ਮਨ ਮੇਨ ਚੀਜ਼ ਹੈ। ਮਨ ਦਾ ਕੌਨਸ਼ੀਅਸਨੈਸ ਜਿਹੜਾ ਹੈ ਉਹ ਹੀ ਸਾਨੂੰ ਚਲਾ ਰਿਹਾ। ਸੋ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਬੜੀ ਕਲੈਰਿਟੀ ਨਾਲ ਆਪਣੇ ਤੁਸੀਂ ਮਾਈਂਡ ਦੇ ਵਿੱਚ ਪਾ ਲਵੋ ਕਿ ਵਿਚਕਾਰ ਮਨ ਹੈ, ਇੱਕ ਪਾਸੇ ਸਰੀਰ ਹੈ, ਇੱਕ ਪਾਸੇ ਆਤਮਾ। ਮਨ ਜਿਹੜਾ ਹੈ ਉਹਨੂੰ ਜਿਹਦਾ ਜ਼ਿਆਦਾ ਨੌਲੇਜ ਹੈ, ਮਨ ਉਸ ਪਾਸੇ ਜਾਏਗਾ। ਜੇ ਉਹਨੂੰ ਸਰੀਰ ਦਾ ਨੌਲੇਜ ਹੈ ਤੇ ਉਹਨੂੰ ਦੁਨੀਆ ਦਾ ਸਾਰਾ ਗਿਆਨ, ਉਹਨੂੰ ਸਾਰਾ ਪਤਾ ਹੈ ਮੈਂ ਘਰ-ਬਾਰ ਕਿਵੇਂ ਚਲਾਉਣਾ, ਨੌਕਰੀ ਕਿਵੇਂ ਕਰਨੀ ਹੈ, ਬੱਚੇ ਕਿਵੇਂ ਪਾਲਣੇ ਨੇ। ਸੋ ਇਹ ਸਾਰਾ ਕੁਝ ਜਿਹੜਾ ਸਰੀਰ ਨਾਲ ਕੰਸਰਨ ਹੈ, ਔਰ ਮਨ ਜਿਹੜਾ ਹੈ ਉਹ ਉਸ ਪਾਸੇ ਝੁਕਿਆ ਰਹਿੰਦਾ, ਕਿਉਂਕਿ
ਨੀਵੇਂ ਪਾਸੇ ਜਾਣਾ ਬੜਾ ਸੌਖਾ ਹੈ, ਉੱਚੇ ਪਾਸੇ ਜਾਣਾ ਬੜਾ ਔਖਾ ਹੈ। ਲੇਕਿਨ ਜਿਉਂ ਹੀ ਮਨ ਨੂੰ ਅਸੀਂ ਉਧਰ ਬੜੀ ਐਫਰਟ ਨਾਲ, ਗੁਰਬਾਣੀ ਦੇ ਗਿਆਨ ਨਾਲ ਉਧਰ ਮੋੜਦੇ ਆ, ਤੇ ਹੌਲੀ ਹੌਲੀ ਉਧਰ ਜਾਣਾ ਸ਼ੁਰੂ ਹੋ ਜਾਂਦਾ। ਸੋ ਹੁਣ ਅਸੀਂ ਇਹ ਦੇਖਣਾ ਹੈ, ਇਹਦੇ ਤੋਂ ਸਾਨੂੰ ਆਪਣੇ ਆਪ ਇੱਕ ਰਿਜ਼ਲਟ ਮਿਲ ਜਾਂਦਾ ਕਿ ਮਨ ਕਿੰਨਾ ਕੁ ਸਰੀਰ ਨਾਲ ਜੁੜਿਆ ਹੋਇਆ, ਮਨ ਕਿੰਨਾ ਕੁ ਆਤਮਾ ਨਾਲ ਜੁੜਿਆ ਹੋਇਆ। ਇਹ ਰਿਜ਼ਲਟ ਜਿਹੜਾ ਇਹ ਆਉਣ ਨਾਲ ਸਾਨੂੰ ਬੜੀ ਕਲੈਰਿਟੀ ਹੋ ਜਾਂਦੀ ਹੈ। ਉਹ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ? ਸਾਡੇ ਐਕਸ਼ਨਸ ਤੋਂ। ਅਸੀਂ ਆਪਣੇ ਐਕਸ਼ਨਸ ਜਿਹੜੇ ਨੇ ਉਹ ਕਿਸ ਲੈਵਲ ਤੇ ਕਰ ਰਹੇ ਹਾਂ। ਜੇ ਤੇ ਅਸੀਂ ਬਗੈਰ ਕਿਸੇ ਗਿਆਨ ਤੋਂ, ਕਿਸੇ ਸਮਝ ਤੋਂ, ਦੁਨੀਆਦਾਰੀ ਦੀ ਪੂਰੀ ਸਮਝ ਨਾਲ ਅਸੀਂ ਇਸ ਪਾਸੇ ਲੱਗੇ ਹੋਏ ਹਾਂ, ਤੇ ਉਹਨੂੰ ਅਸੀਂ ਅਗਿਆਨ ਕਹਾਂਗੇ। ਅਧਿਆਤਮ ਦੇ ਲੈਂਗੁਏਜ ਉਹਨੂੰ ਅਸੀਂ ਅਗਿਆਨ ਕਹਾਂਗੇ। ਤੇ ਜਦੋਂ ਅਸੀਂ ਅਧਿਆਤਮ ਵੱਲ ਲੱਗ ਜਾਂਦੇ ਹਾਂ, ਜਿਸ ਤਰ੍ਹਾਂ ਤੁਸੀਂ ਬੜੇ ਮਤਲਬ ਬਹੁਤ ਵੱਡੀ ਪਰਮਾਤਮਾ ਦੀ ਕਿਰਪਾ, ਤੁਸੀਂ ਸਾਰੇ ਜਿਸ ਤਰ੍ਹਾਂ ਸੀਰੀਅਸਲੀ ਲੱਗੇ ਹੋਏ ਹੋ, ਹੁਣ ਤੁਸੀਂ ਮਨ ਜਿਹੜਾ ਹੈ ਉਹ ਆਤਮਾ ਵੱਲ ਮੁੜ ਰਿਹਾ। ਹੁਣ ਮੈਨੂੰ ਇਹਦੀ ਕਲੈਰਿਟੀ ਵਾਸਤੇ, ਮਨ ਨੂੰ ਸਮਝਾਉਣ ਵਾਸਤੇ ਇੱਕ ਇੱਕ ਕਰਕੇ ਲੈਣਾ ਪਵੇਗਾ ਕਿ ਇਹ ਜਿਹੜਾ ਸਰੀਰ ਹੈ, ਇਹਦੇ ਅੰਦਰ ਜੋ ਰਹਿ ਰਹੀ ਹੈ, ਉਸ ਕੋਠੇ ਦੇ ਅੰਦਰ ਜੋ ਰਹਿ ਰਹੀ ਹੈ, ਉਹ ਮੇਰੀ ਆਤਮਾ। ਜਿਸ ਤਰ੍ਹਾਂ ਸਾਨੂੰ ਰਹਿਣ ਵਾਸਤੇ ਘਰ ਦੀ ਲੋੜ ਹੁੰਦੀ ਹੈ, ਆਤਮਾ ਨੂੰ ਰਹਿਣ ਵਾਸਤੇ ਸਰੀਰ ਦੀ ਲੋੜ ਹੁੰਦੀ ਹੈ। ਇਸ ਤੋਂ ਜ਼ਿਆਦਾ ਸਰੀਰ ਕੁਝ ਨਹੀਂ ਹੈਗਾ। ਸਰੀਰ ਆਤਮਾ ਦਾ ਘਰ ਹੈ। ਜੋ ਕੁਝ ਹੋ ਰਿਹਾ ਹੈ ਉਹ ਆਤਮਾ ਕਰਕੇ ਹੋ ਰਿਹਾ ਹੈ। ਲੇਕਿਨ ਸਰੀਰ ਜਿਹੜਾ, ਕਿਉਂਕਿ ਵਿਜ਼ੀਬਲ ਸਰੀਰ ਹੈ, ਸਾਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਸਰੀਰ ਦੀ ਰਹਿੰਦੀ ਹੈ। ਸਰੀਰ ਦੇ ਨਾਲ ਮਨ ਵੀ ਸਰੀਰ ਦਾ ਹਿੱਸਾ ਬਣ ਜਾਂਦਾ। ਮਨ ਉਸ ਤਰ੍ਹਾਂ ਹੀ ਸਾਰਾ ਐਕਟ ਕਰਦਾ। ਸੋ ਹੁਣ ਅਸੀਂ ਇਹਨੂੰ ਖੰਡ ਖੰਡ ਕਰਕੇ ਅਲੱਗਾ ਕਰਨਾ ਹੈ। ਸਰੀਰ ਨੂੰ ਅਲੱਗਾ ਕਰਨਾ ਹੈ, ਆਤਮਾ ਨਾਲ ਜੋੜਨਾ ਹੈ ਕਿ ਮੈਂ ਇੰਦੀ ਅੱਖਾਂ ਨਹੀਂ, ਮੈਂ ਕੰਨ ਨਹੀਂ, ਮੈਂ ਮੂੰਹ ਨਹੀਂ, ਮੈਂ ਚਮੜੀ ਨਹੀਂ, ਮੈਂ ਹੱਥ ਨਹੀਂ, ਮੈਂ ਪੈਰ ਨਹੀਂ। ਮੈਂ ਕੀ ਹਾਂ? ਜੋ ਇਸ ਕੋਠੇ ਦੇ ਅੰਦਰ, ਇਹਨਾਂ ਅੰਗਾਂ ਦੇ ਅੰਦਰ ਜਿਹੜੀ ਬੈਠੀ ਹੋਈ, ਜਿਹੜੀ ਇਹਨੂੰ ਚਲਾ ਰਹੀ ਹੈ, ਮੈਂ ਉਹ। ਵੈਸੇ ਸਾਨੂੰ ਸਭ ਨੂੰ ਪਤਾ ਹੈ, ਪਰ ਪਤਾ ਹੋਣ ਦੇ ਬਾਵਜੂਦ ਵੀ ਉਹਦੀ ਪ੍ਰੈਕਟਿਸ ਜਿਹੜੀ ਉਹ ਨਹੀਂ ਹੁੰਦੀ। ਸੋ ਹੌਲੀ ਹੌਲੀ ਜਦੋਂ ਅਸੀਂ ਫਿਰ ਉਹਨੂੰ ਇੱਕ ਇੱਕ ਕਰਕੇ ਨੇਗੇਟ ਕਰਨੇ ਆ, ਫਿਰ ਵੇਖ ਕੇ ਜੇ ਮੈਂ ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਤੇ ਫਿਰ ਮੈਂ ਕੀ ਹਾਂ? ਸੋ ਇਹਦੇ ਵਾਸਤੇ ਸਭ ਤੋਂ ਜਿਹੜੀ ਕਲੀਅਰ ਐਗਜ਼ਾਮਪਲ ਹੈ ਉਹ ਬਿਜਲੀ ਦੀ ਹੈ। ਦੇਖੋ ਹੁਣ ਸਾਡੇ ਘਰ ਦੇ ਵਿੱਚ ਕਿੰਨੇ ਗੈਜਟਸ ਹੈਗੇ ਨੇ। ਫ੍ਰਿਜ ਹੈ, ਹੀਟਰ ਨੇ, ਪੱਖੇ ਨੇ, ਆਪਣਾ ਮਾਈਕਰੋ, ਸਭ ਕੁਝ ਜਿਹੜਾ। ਹੁਣ ਤੁਸੀਂ ਫ੍ਰਿਜ ਖਰੀਦ ਕੇ ਲਿਆ ਕੇ ਘਰ ਰੱਖ ਲਵੋ, ਪਰ ਫ੍ਰਿਜ ਇਹ ਕਵੇ ਮੇਰੀ ਕਿੰਨੀ ਇੰਪੋਰਟੈਂਸ ਹੈ, ਮੈਂ ਇਹਨਾਂ ਸਾਰੀਆਂ, ਮੈਂ ਠੰਡਾ ਕਰ ਰਿਹਾ ਮੈਂ, ਦੇਖੋ। ਪਰ ਹੁਣ ਫ੍ਰਿਜ ਨੂੰ ਇਹ ਪਤਾ ਨਹੀਂ ਕਿ ਜੇ ਪਿੱਛੋਂ ਜਿਹੜੇ ਚਲਾਉਣ ਵਾਲੀ ਸ਼ਕਤੀ ਹੈ ਉਹ ਕੀ ਹੈ। ਪਿੱਛੋਂ ਚਲਾਉਣ ਵਾਲੀ ਸ਼ਕਤੀ ਕੀ ਹੈ? ਉਹ ਬਿਜਲੀ ਹੈ। ਪਿੱਛੋਂ ਤੁਹਾਡੇ ਘਰੋਂ ਹੀ ਬਿਜਲੀ ਦਾ ਕਨੈਕਸ਼ਨ ਟ੍ਰਿਪ ਹੋ ਜਾਏ, ਜਾਂ ਆਪਣਾ ਪਿੱਛੋਂ ਜਿਹੜਾ ਮੇਨ ਹੈ ਉਹ ਹੋ ਜਾਏ, ਤੁਸੀਂ ਦੇਖੋ ਇਹ ਕੁਝ ਵੀ ਇਹਨਾਂ ਦੇ ਵਿੱਚੋਂ ਨਹੀਂ ਚੱਲ ਸਕੇਗਾ। ਸਿਮਿਲਰਲੀ ਕੁਝ ਹੋਰ ਇਸ ਤਰ੍ਹਾਂ ਦੇ ਐਗਜ਼ਾਮਪਲਸ ਨੇ, ਜਿਸ ਤਰ੍ਹਾਂ ਕਾਰ ਹੈ। ਹੁਣ ਕਾਰ ਦੀ ਬਾਡੀ ਹੈ, ਉਹਦੇ ਅੰਦਰ ਜਿੰਨਾ ਚਿਰ ਇੰਜਨ ਨਹੀਂ, ਕਾਰ ਨਹੀਂ ਚੱਲੇਗੀ।
ਪਰ ਕਿਉਂਕਿ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਹੈ ਇਸ ਕਰਕੇ, ਬਟ ਥੀਸ ਆਰ ਦਾ ਐਗਜ਼ਾਮਪਲ ਕਿ ਜਿਹੜੀਆਂ ਸਾਨੂੰ ਕਲੀਅਰ ਕਰਦੀਆਂ ਨੇ ਕਿ ਕੀ ਅਸਲੀਅਤ ਕੀ ਹੈ ਜਿਹੜੀ ਇਹਨਾਂ ਨੂੰ ਚਲਾਉਂਦੀ ਹੈ। ਸਿਮਿਲਰਲੀ ਇਹ ਟੌਪਿਕ ਬੜਾ ਸੂਖਮ ਹੋਣ ਕਰਕੇ ਆਤਮਾ ਬੜੀ ਨੇ ਪ੍ਰਭ ਜੀ ਸੂਖਮ ਅਗੰਮ ਹੈ ਕਿਤ ਬਿਨ ਮਿਲਿਆ ਜਾਏ। ਜਿੰਨੀ ਸੂਖਮ ਆਤਮਾ ਹੈ ਓਨੀ ਸਾਡੀ ਸੂਖਮ ਬੁੱਧੀ ਹੌਲੀ 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 ਬੁੱਧੀ ਕੁछ पूरी तो नहीं लेकिन कुछ हो जाएगी, फिर सानू पता लगता है और फिर रियलाइजेशन जी है वो होनी शुरू हो जाती। सो तुसी देखो मैं सोच रही सी कि बचपन दे विच तुहानू पता पुतलियां दा तमाशा हुंदा सी, मैं ते देखिया, शायद तुहाडे विचों किसी ने देखा हैगा कि पुतलियां नू पिछों वो जिहड़ा मदारी है वो पिछों उहनां नू धागे दे नाल सारा प्रैक्टिस करा दिंदा, सुवा दिंदा, लड़ा दिंदा, सब कुछ कर दिंदा। और सानू असीं जिहड़ा देख रहे हैं सानू उस वेले तो यही लगदा कि रियल हो रहा, पर पुतलियां नू ये पता नहीं कि सानू चलाण वाला जिहड़ा धागा है उहदे पिछे कोई चला रहा है। वो ते बेजान ने पर असी साडे जान है, पर साडा जिहड़ा मतलब वर्किंग जिहड़ी वो इस तरह ही रहिंदी है कि ये भाव जिहड़ा है शरीर दा ये नहीं जांदा। और इहदी मेन जिहड़ी हैगी है वजह वो वे हौमे, हंकार। क्योंकि असी इन्ना गुणा विच हंकार साडे सुभाव दा हिस्सा है, इहनू कढिया नहीं जा सकता। इनू सबस्टिट्यूट किया जा सकता पर इनू कढिया नहीं जा सकता। ये गुण जिहड़े सारे ने रजो सतो तमो, इहदे विच हंकार जिहड़ा मेनली इन्हां दा लीडर है जिहड़ा इन्हां नूं चला रहा है। लेकिन इन्ना सूक्ष्म पता नहीं लगता कि मैं हंकार कर रहा वां जाके मैं ठीक कर रहा वां। और हंकार ते सारी साडी जिहड़ी आउटर लाइफ है वो डिपेंड करदी है। हंकार नूं पट्ठे पैंदे ने जे मैं ज्यादा अमीर होवां, मेरी ज्यादा कार होण, मेरियां कारां होण, ये हंकार नूं पट्ठे पैंदे है। हंकार नूं पट्ठे पैंदे ने मेरी कोई सिफत करे, मैं बड़ा सोहना वां, मैं बड़ा अच्छा वां। सो ये सारियां चीज़ां जिहड़ियां ने ये हौमे नूं जन्म दिंदियां ने बिकॉज ऑफ इग्नोरेंस। एक दिन मैं अपनी बेटी नूं दाखिल कराउण वास्ते स्कूल गई, उदों छोटी सी, ते मैं प्रिंसीपल दे कमरे च गई ते प्रिंसीपल एक बच्चे दा हत्थ फड़ के ओदे नाल लिख रही सी, ओदे हत्थ नूं फड़ के, और ये कह रही सी क्योंकि टीचर ने शिकायत की थी कि बच्चा जिहड़ा है ये लिखदा नहीं अच्छी तरह। प्रिंसीपल ने कहा अच्छा मैं मदद करनी। सो प्रिंसीपल ने ओदा हत्थ जिहड़ा उस तरह मूव करदी रही, ABCD जिस तरह लिखनी सी, एंड देन शी सेड हु डिड इट, यू डिड इट। हुण बच्चा जिहड़ा है ओदे दिमाग दे विच गल बैठ गई है कि मैं लिखिया। उन्होंने नहीं पता कि हत्थ किहदा सी, इहदे पिछे हत्थ किहदा सी जिहड़ा लिख रहा सीगा, उन्होंने लगदा मैं ही लिखिया। बिल्कुल साडी यही हालत हुंदी है, सानू वो हत्थ नहीं दिसदा जिहड़ा कि ये सारा कुछ कर रहा। सो तुसी ये देखो कि साडे गुरु जिहड़े कि इन्ने पहुंचे हुए सी, जिन्हां दे सारियां शक्तियां सी, उन्हां ने भी ये क्या है कि मेरे अंदर जिहड़ी प्रेजेंस है वो ही सब कुछ कर रही है। इस तरह गुरु गोबिंद सिंह जी ने कहा कि मैं ना कहो सब तो ये बखाने, मैं नहीं क्या, ये तू ही सारा खुआया। गुरु नानक देव जी कहते हैं ना कि जैसी में आवे खसम की बाणी तैसड़ा करी ज्ञान में लो।
ਹੁਣ ਉਹ ਕਹਿੰਦੇ ਨੇ ਮੈਂ ਤੇ ਉਹੀ ਬੋਲ ਰਿਹਾ ਵਾਂ ਜਿਹੜੀ ਪਰਮਾਤਮਾ ਮੇਰੇ ਕੋਲੋਂ ਬੁਲਵਾ ਰਿਹਾ, ਮੇਰੇ ਅੰਦਰ ਉਹੀ ਬੈਠਾ ਹੋਇਆ। ਹੁਣ ਦੇਖੋ ਇਹਨਾਂ ਮਿਸਾਲਾਂ ਤੋਂ ਇਹ ਲੱਗਦਾ ਹੈ ਕਿ ਅਸੀਂ ਤੇ ਕੁਝ ਵੀ ਨਹੀਂ, ਸਾਨੂੰ ਤੇ ਕੁਝ ਵੀ ਪਤਾ ਨਹੀਂ ਕਿ ਉਹ ਜਿਹੜੇ ਸਭ ਕੁਝ ਜਾਣਦੇ ਸੀ ਉਹਨਾਂ ਨੇ ਰਿਐਲਿਟੀ ਨੂੰ ਐਕਸਪਲੇਨ ਕਰਕੇ ਸਾਡੇ ਸਾਹਮਣੇ ਲਿਆਂਦਾ ਹੈ ਕਿ ਅਸੀਂ ਕੁਝ ਨਹੀਂ ਕਰ ਰਹੇ, ਇਹ ਸਾਡੇ ਅੰਦਰ ਉਹ ਬੈਠਾ ਆ ਕਰ ਰਿਹਾ। ਇਹਨੂੰ ਦੇਖੋ ਸੰਤਾਂ ਨੇ ਬਹੁਤ ਸਾਰੇ ਟਰੂਥ ਜਿਹੜੇ ਸਾਡੇ ਸਾਹਮਣੇ ਬੜੇ ਬਿਊਟੀਫੁਲੀ ਲਿਆਂਦੇ ਨੇ, ਔਰ ਉਹਨਾਂ ਨੂੰ ਸਮਝ ਕੇ ਮਨ ਜਿਹੜਾ ਹੈ, ਮਨ ਨੂੰ ਅਕਲੀ ਸਾਰੀ ਗੱਲ ਤੇ ਮਨ ਨੂੰ ਸਮਝਾਉਣ ਦੀ। ਮਨ ਕਿਉਂਕਿ ਅਜੇ ਸਰੀਰ ਵੱਲ ਲੱਗਾ ਹੋਇਆ, ਇਸ ਕਰਕੇ ਅਜੇ ਉਹ ਅਧੂਰਾ ਹੈ, ਇਗਨੋਰੈਂਟ ਹੈ। ਸੋ ਗੁਰਬਾਣੀ ਜਿਹੜੀ ਹੈ ਉਹਨੂੰ ਨੌਲੇਜ ਦਿੰਦੀ ਹੈ, ਜੋ ਅਸੀਂ ਸੁਣਨੇ ਆ ਪੜ੍ਹਨੇ ਆ ਉਹ ਸਾਨੂੰ ਗਿਆਨ ਦਿੰਦਾ। ਉਹ ਗਿਆਨ ਦੇ ਨਾਲ ਮਨ ਜਿਹੜਾ ਹੈ, ਜਿਹਨੂੰ ਅਸੀਂ ਕਹਿੰਦੇ ਆ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਜੋ ਸਰੂਪ ਤੇ ਹੌਲੀ ਹੌਲੀ ਹੁੰਦਾ ਹੈ, ਸੁਣ ਸੁਣ ਕੇ ਪੜ੍ਹ ਕੇ ਗੇਨ ਕਰਕੇ। ਕਬੀਰ ਜੀ ਨੇ ਲਿਖਿਆ, ਦੇਖੋ ਕਿੰਨਾ ਬਿਊਟੀਫੁਲ ਲਿਖਿਆ ਕਿ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸ਼ਰੀਰ, ਨਾ ਜਾਣੇ ਕਿਛ ਹਰ ਕੀਆ, ਪਇਓ ਕਬੀਰ ਕਬੀਰ। ਬਿਲਕੁਲ ਸਾਡੀ ਕੋਈ ਹਾਲਤ ਹੈ। ਕੀ ਅਸੀਂ ਕਰ ਸਕਦੇ ਹਾਂ? ਕੀ ਸਰੀਰ ਕਰ ਸਕਦਾ? ਕਰ ਤੇ ਉਹ ਅੰਦਰ ਬੈਠਾ ਸਭ ਕੁਝ ਰਿਹਾ, ਲੇਕਿਨ ਕਿਉਂਕਿ ਸਰੀਰ ਸਾਹਮਣੇ ਦਿਸਦਾ ਹੈ, ਸਰੀਰ ਵਿਜ਼ੀਬਲ ਹੈ, ਸੂਖਮਤਾ ਜਾਣਾ ਜਿਹੜਾ ਹੈ ਉਹਦੇ ਨਾਲ, ਉਹਦੇ ਵਾਸਤੇ ਅਸੀਂ ਪ੍ਰੈਕਟਿਸ ਕਰ ਰਹੇ ਹਾਂ। ਉਹਦੇ ਹੋਰ ਪ੍ਰੈਕਟਿਸ ਦੀ ਲੋੜ ਹੈ, ਪ੍ਰੈਕਟਿਸ ਦੀ ਕਲੈਰਿਟੀ ਦੀ ਲੋੜ ਹੈ। ਜਿੰਨੀ ਸਾਡੀ ਗਹਿਰੀ ਸਮਝ ਹੋਏਗੀ ਓਨਾ ਹੀ ਅਸੀਂ ਉਹ ਬਣਾਂਗੇ। ਗਹਿਰੀ ਸਮਝ ਕਿਸ ਤਰ੍ਹਾਂ ਹੋਏਗੀ? ਜਿੰਨੀ ਗਹਿਰਾਈ ਨਾਲ ਅਸੀਂ ਗੁਰਬਾਣੀ ਵਿੱਚ ਜਾਵਾਂਗੇ, ਗੁਰਬਾਣੀ ਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਵਿੱਚ ਲਗਾਵਾਂਗੇ। ਸੋ ਪ੍ਰੈਕਟਿਸ ਹੁਣ ਕੀ ਹੈ? Let's start the practice from today and we should constantly remain in practice, ਕਿਉਂਕਿ ਪ੍ਰੈਕਟਿਸ ਦਾ ਇਹ ਫਾਇਦਾ ਹੁੰਦਾ ਹੈ ਕਿ ਸਾਨੂੰ ਫਿਰ ਹਰ ਵੇਲੇ ਯਾਦ ਕਰਨ ਦੀ ਲੋੜ ਨਹੀਂ ਪੈਂਦੀ ਕਿ ਮੈਂ ਨਹੀਂ ਹੋਵੇ ਤੁਹਾਡੀ। ਤੁਸੀਂ ਹੁਣ ਅੱਜ ਤੋਂ ਇੱਕ ਅਸੀਂ ਪਲੇਜ ਲੈਣੇ ਆ ਕਿ ਅੱਜ ਤੋਂ ਅਸੀਂ ਇਹ ਸੋਚਣਾ ਹੈ ਕਿ ਮੈਂ ਨਹੀਂ ਕਰ ਰਿਹਾ, ਕੌਣ ਕਰ ਰਿਹਾ ਹੈ। ਇੱਥੇ ਤੁਸੀਂ ਹਿਰਦੇ ਤੇ ਹੱਥ ਰੱਖੋ, ਉਹਦੀ ਪ੍ਰੈਜ਼ੈਂਸ ਹਰ ਵੇਲੇ ਫੀਲ ਕਰੋ ਕਿ ਉਹ ਇੱਥੇ ਬੈਠਾ, ਬਿਕਾਜ਼ ਦਿਸ ਇਜ਼ ਅ ਰਿਐਲਿਟੀ। ਕਿਉਂਕਿ ਜੋ ਕਰ ਰਿਹਾ ਉਹ ਤੁਹਾਡੇ ਅੰਦਰ ਕੌਨਸ਼ੀਅਸ ਰੂਪ ਵਿੱਚ, ਚੇਤਨਾ ਰੂਪ ਵਿੱਚ ਬੈਠਾ ਹੈ, ਔਰ ਉਹ ਹੀ ਕਰ ਰਿਹਾ ਹੈ। ਉਹ ਤੁਹਾਡੇ ਮਨ ਵਿੱਚ ਥੋਟ ਦੇ ਰਿਹਾ ਹੈ, ਉਹ ਤੁਹਾਡੇ ਹੱਥ ਹਿਲਾ ਰਿਹਾ, ਤੁਹਾਡੇ ਆਪਣਾ ਤੁਹਾਡੀ ਬਾਣੀ ਤੁਸੀਂ ਉਹਦੇ ਕਰਕੇ ਸੁਣ ਰਹੇ ਹੋ, ਤੁਸੀਂ ਸੁਣ ਵੀ ਉਸ ਕਰ ਰਹੇ ਹੋ, ਮਨ ਵੀ ਉਸ ਕਰਕੇ ਰਹੇ ਹੋ। ਉਹਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਸਾਨੂੰ ਸਾਰਾ ਵਕਤ ਮਹਿਸੂਸ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ ਕੁਝ ਕਰੀਏ ਇਹ ਭਾਵ ਬਣੇ ਕਿ ਮੈਂ ਨਹੀਂ ਕਰ ਰਿਹਾ। ਹੌਲੀ ਹੌਲੀ ਬਣਦਾ, ਇਟ ਟੇਕਸ ਟਾਈਮ, ਬਟ ਆਈ ਥਿੰਕ ਕੋਈ ਗੱਲ ਨਹੀਂ, ਅਸੀਂ ਹੋਰ ਕਰਨਾ ਕੀ ਹੈਗਾ, ਟਾਈਮ ਲੱਗਦਾ, ਕੋਈ ਗੱਲ ਨਹੀਂ। ਸੋ ਇਹ ਪ੍ਰੈਕਟਿਸ ਜਿਹੜੀ ਹੈ, ਦਿਸ ਇਜ਼ ਦਾ ਆਈ ਥਿੰਕ ਜਿਹੜੀ ਸਾਡੀ ਗੁਰਬਾਣੀ ਪੜ੍ਹਨ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ। ਗੁਰਬਾਣੀ ਮਨ ਨੂੰ ਤਿਆਰ ਕਰਦੀ ਹੈ ਮੰਨਣ ਵਾਸਤੇ, ਕਿਉਂਕਿ ਮਨ ਛੇਤੀ ਛੇਤੀ ਨਹੀਂ ਮੰਨਦਾ। ਬਿਲਕੁਲ ਮਨ ਬੜਾ ਇਗਨੋਰੈਂਟ ਹੈ, ਮਨ ਅਵਿਦਿਆ ਨਾਲ ਭਰਿਆ ਹੋਇਆ, ਕਿਉਂਕਿ ਇਹ ਤਿੰਨਾਂ ਗੁਣਾਂ ਵਿੱਚ ਹੈ ਮਨ। ਉਹਨਾਂ ਤਿੰਨਾਂ ਗੁਣਾਂ ਵਿੱਚੋਂ ਜਿਉਂ-ਜਿਉਂ ਨਿਕਲਦਾ ਤਿਉਂ-ਤਿਉਂ ਇਹਦੀ ਪ੍ਰੈਜ਼ੈਂਸ ਜਿਹੜੀ ਅੰਦਰ ਮਹਿਸੂਸ ਹੁੰਦੀ। ਬਟ ਅਸੀਂ ਕੌਨਸ਼ੀਅਸਲੀ ਪ੍ਰੈਕਟਿਸ ਸ਼ੁਰੂ ਕਰਾਂਗੇ ਤਾਂ, ਵੈਸੇ ਨਹੀਂ। ਵੈਸੇ ਅਸੀਂ ਜਿੰਨੀ ਮਰਜ਼ੀ ਗੁਰਬਾਣੀ ਪੜ੍ਹੀਏ, ਸਮਝੀਏ, ਜੇ ਅਸੀਂ ਇਸ ਭਾਵ ਨਾਲ ਨਹੀਂ ਪੜਾਂਗੇ, ਫਿਰ ਇਹ ਹੈ ਕਿ ਇਹ ਸਾਨੂੰ ਹੌਲੀ ਹੌਲੀ ਜਦੋਂ ਐਕਸਪੀਰੀਅੰਸ ਵਿੱਚ ਆਣੀ ਸ਼ੁਰੂ ਹੋਏਗੀ, ਫਿਰ ਜਿਹੜਾ ਅੰਦਰ
ਭਾਵ ਬਣਦਾ, it cannot be explained, it can only be experienced। ਕਿ ਜਿੰਨਾ ਜੀਵਨ ਬਦਲ ਜਾਂਦਾ ਹੈ ਔਰ ਜਿੰਨਾ ਜੀਵਨ ਸੁਖੀ ਹੋ ਜਾਂਦਾ ਹੈ, ਔਰ ਨਾਟ ਓਨਲੀ ਕਿ ਤੁਸੀਂ ਸਪਿਰਚੁਅਲ ਲਾਈਫ ਹੀ, ਤੁਹਾਡੀ ਬਾਹਰ ਦੀ ਲਾਈਫ ਜਿਹੜੀ ਹੈ ਟੋਟਲੀ ਉਹਦੇ ਤੇ ਚੱਲਣ ਲੱਗ ਜਾਂਦੀ, ਤੁਸੀਂ ਉਸ ਤੋਂ ਇਲਾਵਾ ਕਰ ਹੀ ਨਹੀਂ ਸਕਦੇ। ਔਰ ਉਸ ਵੇਲੇ ਜਿਹੜੀ ਅੰਦਰ ਸ਼ਾਂਤੀ, ਖੁਸ਼ੀ, ਆਨੰਦ ਮਹਿਸੂਸ ਹੁੰਦਾ ਹੈ, ਉਹ ਹੌਲੀ ਹੌਲੀ ਵੱਧਦਾ 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 ਇੰਨਾ ਪਰਮਾਨੈਂਟ ਹੁੰਦਾ ਜਾਂਦਾ ਹੈ ਕਿ ਤੁਸੀਂ ਸੋਚਦੇ ਹੋ ਕਿ ਮੈਨੂੰ ਇਹਦਾ ਪਹਿਲਾਂ ਕਿਉਂ ਨਹੀਂ ਪਤਾ ਲੱਗਾ। ਔਰ ਜਦੋਂ ਫਿਰ ਅਸੀਂ ਆਪਣੀ ਪਿਛਲੀ ਲਾਈਫ ਨੂੰ ਸੋਚਨੇ ਆ, ਜਦੋਂ ਕਿ ਸਾਨੂੰ ਇਹ ਰਿਅਲਾਈਜੇਸ਼ਨ ਨਹੀਂ ਸੀ, ਅਸੀਂ ਦੇਖਨੇ ਆ ਕਿੰਨੀ ਲਾਈਫ ਮੁਸ਼ਕਲ, ਅਨਬੀਅਰੇਬਲ, ਫੁੱਲ ਆਫ ਡਿਫਿਕਲਟੀਜ਼, ਦੁੱਖ। ਹੁਣ ਮੈਂ ਉਹੀ ਆ, ਸਭ ਕੁਝ ਹੋਈ ਹੈ, ਲੇਕਿਨ ਜੀਵਨ ਤੇ ਬੜਾ ਹੀ ਸੁਖਾਲਾ ਹੋ ਗਿਆ ਹੈ। ਇਸ ਤਰ੍ਹਾਂ ਹੌਲੀ ਹੌਲੀ ਐਕਸਪੀਰੀਅੰਸ ਦੇ ਨਾਲ ਫਿਰ ਇੰਟਰਸਟ ਇਸ ਕਰਕੇ ਵੱਧਦਾ ਜਾਂਦਾ ਹੈ ਕਿ ਆਪਣੇ ਪ੍ਰੋਬਲਮ ਸੋਲਵ ਕਰਨ ਦੀ ਇੱਕ ਇੰਟੂਟਿਵ ਪਾਵਰ ਤੁਹਾਡੇ ਅੰਦਰ ਜਿਹੜੀ ਜਾਗਰਿਤ ਹੁੰਦੀ ਹੈ। ਆਪਣੇ ਆਪ ਹੀ ਵਿਚਾਰ ਜਿਹੜੇ ਨੇ, ਵਿਚਾਰਾਂ ਦੇ ਵਿੱਚੋਂ ਵਿਚਾਰ ਨਿਕਲਦੇ ਜਾਂਦੇ ਨੇ, ਜਿਹੜੇ ਤੁਹਾਡੀ ਮਦਦ ਕਰਦੇ ਨੇ ਅੱਗੇ ਵਧਣ ਵਾਸਤੇ। when we experience, only then we can realize the state, but ਸ਼ੁਰੂ ਵਿੱਚ ਹੀ, ਸ਼ੁਰੂ ਕਰਨ ਤੋਂ ਇਮੀਡੀਏਟਲੀ ਬਾਅਦ ਇਸ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਨੇ ਕਿ ਇੱਕ ਆਨੰਦਮਈ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਅੱਜ ਦਾ ਇਹ ਟੌਪਿਕ ਜਿਹੜਾ ਇੰਪੋਰਟੈਂਟ ਵੀ ਹੈ, ਐਂਡ ਮੇਨਲੀ ਇਹ ਕਿ ਜਿੰਨੀ ਸਾਡੀ ਸਮਝ ਗਹਿਰੀ ਹੋਏਗੀ, ਸਮਝ ਬੜੀ ਜ਼ਰੂਰੀ ਹੈ। ਗੁਰਬਾਣੀ ਦੇ ਵਿੱਚ ਸਭ ਕੁਝ ਹੈ, ਕੁਝ ਵੀ ਉਸ ਤੋਂ ਬਾਹਰ ਨਹੀਂ। ਪਰ ਹੁਣ ਜਦੋਂ ਅਸੀਂ ਇਸ ਧਿਆਨ ਨਾਲ ਪੜਾਂਗੇ ਤੇ ਫਿਰ ਅਸੀਂ ਦੇਖਾਂਗੇ ਕਿ ਗੁਰਬਾਣੀ ਦੀਆਂ ਬਹੁਤ ਸਾਰੀਆਂ ਸਤਰਾਂ ਜਿਹੜੀਆਂ ਨੇ ਉਹ ਸਾਨੂੰ ਇਸ ਪਾਸੇ ਲਿਜਾ ਰਹੀਆਂ। ਤੁਸੀਂ ਦੇਖੋ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ, ਕਰ ਆਸਨ ਡਿਠੋ ਜਾਓ। This word ਆਸਨ ਡਿਠੋ ਜਾਓ, ਇਹ ਤੁਸੀਂ ਨੋਟ ਵੀ ਕਰ ਲਓ ਐਂਡ ਮੇਕ ਇਟ ਏ ਡੇਲੀ ਲੈਸਨ। ਕਰ ਆਸਨ ਡਿਠੋ ਜਾਓ, ਉਹਨੇ ਅੰਦਰ ਤੁਹਾਡੇ ਉਹ ਆਸਨ ਲਗਾ ਕੇ ਬੈਠ ਗਿਆ। ਉਹ ਜਿਹੜਾ ਆਸਨ ਲਗਾ ਕੇ ਬੈਠਾ ਹੈ ਉਹ ਹੀ ਸਭ ਕੁਝ ਕਰ ਰਿਹਾ। ਸੋ ਇਹ ਥੋੜਾ ਜਿਹਾ ਇਲੈਬੋਰੇਟ ਫਿਰ ਕਿਸੇ ਵੇਲੇ ਅਸੀਂ ਕਰਾਂਗੇ, ਦੂਈ ਕੁਦਰਤ ਸਾਜੀਏ ਕਰ ਆਸਨ ਡਿਠੋ ਜਾਓ, ਕਿਉਂਕਿ ਮੈਂ ਅੱਗੇ ਇੱਕ ਦਿਨ ਦੱਸਿਆ ਸੀ ਕਿ ਬਿਕਾਜ਼ ਵੀ ਆਰ ਕੁਦਰਤ ਓਨਲੀ, ਪਰ ਕੁਦਰਤ ਨੂੰ ਇਲੈਬੋਰੇਟ ਕਰਨ ਵਾਸਤੇ ਅਸੀਂ ਇੱਕ ਵੱਖਰਾ ਲੈਕਚਰ ਰੱਖ ਲਵਾਂਗੇ। ਔਰ ਮੇਰੇ ਹਾਲੇ ਅਗਲੀ ਵਾਰੀ ਅਸੀਂ ਲੈ ਲਵਾਂਗੇ ਆਲ ਪਰਵੇਸਿਵ, ਉਹਦੇ ਵਿੱਚ ਕੁਦਰਤ ਦਾ ਆ ਜਾਏਗਾ। ਕਿਉਂਕਿ ਜਦੋਂ ਅਸੀਂ ਕੁਦਰਤ ਨੂੰ ਸਮਝਾਂਗੇ ਤੇ ਫਿਰ ਸਾਨੂੰ ਥੋੜਾ ਜਿਹਾ ਉਹ ਗਹਿਰਾ ਟੌਪਿਕ ਹੈ, ਪਰ ਉਹਨੂੰ ਸਮਝਣ ਤੋਂ ਬਾਅਦ ਸਮਝ ਬੜੀ ਤਿੱਖੀ ਹੋ ਜਾਂਦੀ, ਕਿਉਂਕਿ ਤੀਕਸ਼ਣ ਬੁੱਧੀ ਜਿਹੜੀ ਹੈ ਇਹਦੇ ਵਿੱਚ ਬਹੁਤ ਜ਼ਰੂਰੀ ਹੈ। ਕਿਉਂਕਿ ਇੰਨਾ ਸੌਖਾ ਨਹੀਂ ਜਿੰਨਾ ਸੌਖਾ ਅਸੀਂ ਕਹਿ ਦਿੰਦੇ ਹਾਂ, ਲੇਕਿਨ ਪ੍ਰੈਕਟਿਸ ਵਿੱਚ ਜਿਹੜਾ ਹੈਗਾ ਏ ਉਹ ਬਹੁਤ ਸਲੋਲੀ ਆਉਂਦਾ ਹੈ। ਔਰ ਬੜੇ ਪੇਸ਼ੈਂਸ ਨਾਲ, ਸਬਰ ਨਾਲ ਐਂਡ ਲਗਨ ਨਾਲ, ਗੁਰਬਾਣੀ ਨੂੰ ਗਹਿਰਾਈ ਵੀ ਸਮਝਣ ਨਾਲ, ਔਰ ਉਹਨੂੰ ਪ੍ਰੈਕਟੀਕਲ ਰੂਪ ਬਣਾ। ਮਤਲਬ ਸਾਡੀ ਪ੍ਰੈਕਟਿਸ ਜਿਹੜੀ ਐਕਚੁਅਲੀ ਮੇਨਲੀ ਉਹ ਸਾਰੀ ਆਪਣੇ ਆਪ ਨੂੰ ਲਾਗੂ ਕਰਨ ਦੀ ਹੈ, ਫਿਰ ਉਹ ਦੇਖਣ ਦੀ ਹੈ ਕਿ ਮੇਰੇ ਵਿੱਚ ਕਿੰਨੀ ਤਬਦੀਲੀ ਆਈ, ਕਿੰਨਾ ਚੇਂਜ ਆਇਆ। ਉਹ ਨਾ ਬੰਦੇ ਖੋਜ ਦਿਲ ਹਰ ਰੋਜ਼ तो फिर परेशानी मत। खोज दिल का मतलब सिर्फ यही है
ਕਿ ਰੋਜ਼ ਇਹ ਦੇਖਣਾ ਕਿ ਮੇਰੇ ਵਿੱਚ ਕਿੰਨੀ ਕੁ ਤਬਦੀਲੀ ਆਈ। ਸੋ ਇਹਦੇ ਨਾਲ ਹੌਲੀ ਹੌਲੀ ਜਦੋਂ ਐਸਟੈਬਲਿਸ਼ ਹੋ ਜਾਏਗਾ ਤੁਹਾਡੇ ਅੰਦਰ, ਕੋਈ ਵੀ ਜਗ੍ਹਾ, ਕੋਈ ਵੀ ਥਾਟ, ਕੋਈ ਵੀ ਕੰਮ ਇਸ ਤਰ੍ਹਾਂ ਦਾ ਨਹੀਂ ਹੋਏਗਾ ਜਿਹਦੇ ਵਿੱਚ ਤੁਹਾਨੂੰ ਉਹਦੀ ਪ੍ਰੈਜ਼ੈਂਸ ਨਹੀਂ ਦਿਸੇਗੀ। ਇਹ ਲੱਗੇਗਾ ਕਿ ਮੈਂ ਨਹੀਂ ਕਰ ਰਿਹਾ, ਉਹ ਹੀ ਕਰ ਰਿਹਾ। ਪਰ ਜਿਉਂ ਹੀ ਇਹ ਹੋਇਆ ਕਿ ਮੈਂ ਨਹੀਂ ਕਰ ਰਿਹਾ, ਉਹ ਹੀ ਕਰ ਰਿਹਾ, तो ना हमें दीर्घ रोग है दारू पी समाए, कृपा करे जी अपनी ता गुर का संत। दीर्घ रोग किस तरह है? ये जदों मैं शरीर दे लेवल ते अप टिकिया होया वां ते मेरे सारे एक्शन उस लेवल ते। सो हुण जेकर मन नूं ये एजुकेशन बड़ी पक्की हो गई कि तू नहीं कर रहा, ये ते अंदर बैठा वो कर रहा हैगा, पहला ते मन बड़ा रिवोल्ट करेगा, बड़ी जिद करेगा, बैठोगे तो दूसरे विचार आएंगे, इधर उधर विचार आएंगे। और यदि सब तो ज्यादा जिहड़ी मन की जिद वे और मन का रिवोल्ट है वो वे विचारां दा। मन छेती छेती नहीं मनेगा क्योंकि मन पुराने संस्कारां दे नाल भरिया होया। सो जदों भी तुसी बैठोगे सुनन लगोगे तुहानूं होर विचार आण, बट विचारां विचों निकलण दा सिर्फ यही तरीका है जदों मैनूं मन नूं ये पता लग जाएगा कि मैं ते हाँ ही नहीं करन वाला, तो होर कि हुण तक ते मन यही कह रहा कि मैं कर रहा, क्योंकि मन नूं ये लगदा कि शरीर नूं चला ही मैं रहा। मन नूं ते पता ही नहीं कि शरीर नूं चलाउण वाला जिहड़ा है वो ते अंदर बैठा है, वो तो होर है। लेकिन जदों मन नूं ये शिक्षा दे के उन्होंने पता लग जाता है फिर मन हार जाता। ज्यों ज्यों मन हारता जाता है वो भाव बनता जाता है। वो हौमे जदों हौमे टुटदी है फिर विचार जेड़े ने हल्के हुंदे ने। नहीं तो विचार जेड़े ने वो की है, विचार हंकार है, विचार मन है। वो ना मन मरे तो आत्मा मर जाए। मतलब मन नूं मारन दा मतलब की हैगा कि मन नूं ये एजुकेशन देनी कि तू नहीं, एक करन करान वाला कोई होर है। फिर मन जेड़ा उस लेवल ते चल, हुण मन उस लेवल ते चलेगा कि हाँ कि मैं नहीं कर रहा, वो कर रहा और मैं उहदे अगे झुक जाना। और आई एग्री टू वट विच वी से कि जेड़ा मन सी वो पहला बाहरले पासे शरीर वाल लगा सी, हुण मन दूसरे पासे मुड़ गया, मन हुण आत्मा वाल लग गया। हुण मन ओही करदा है जो आत्मा कहती है। हुण मन नूं ये पता लग रहा कि मैं नहीं चला रहा शरीर नूं, इन्हां इंद्रियां नूं, इन्हां नूं अपना एक्ट जिहड़े ने ऑर्गन ऑफ एक्शन ये चलाउण वाला कोई होर है। सो आई थिंक कोई होर तुसीं सवाल करो, फिर होर इहनूं जिहड़ा खोल सकांगे फिर खोल देंगे। हाँ जी लवलीन जी, तुसीं सवाल करोगे जरूर। ਤੁਹਾਡਾ ਬੰਦ ਤੇ ਨਹੀਂ ਹੈਗਾ, म्यूट ਤੇ ਨਹੀਂ ਤੁਹਾਡਾ ਹੈਗਾ? ਹਾਂਜੀ mine is mute. ਉਹ ਪਿੱਛੇ my grandkids are doing the kirtan, so I didn't want everybody to be disturbed. ਨਾ ਵੀ ਕਰਾਂ ਤੇ ਕੁਛ ਨਾ ਕੁਛ ਸਭ ਦੀ ਡਿਸਟਰਬੈਂਸ ਹੋ ਹੀ ਜਾਂਦੀ ਹੈ। अच्छा अच्छा, ਹਾਂਜੀ सारे लोग की कोई ना कोई सवाल ढूंढ लो ताकि ये बड़ा इंपॉर्टेंट टॉपिक है ते सवाल आने ते चाहिए ने जरूर। I don't know how to say it, but मेरा थोड़ा जा same and yet thoda ja my point of view I want clarity if I'm on the right thinking or
does this also blend in with what we are talking? And like there has to be a time when we need to kind of discover beyond ourselves, because who am I ਜਦ ਸੋਚਦੇ ਹਾਂ ਤੇ ਹਰ ਚੀਜ਼ ਅਸੀਂ ਆਪਣੀ ਆਈਡੈਂਟੀਟੀ ਬਾਹਰਲੀ ਆਈਡੈਂਟੀਟੀ ਨਾਲ ਆਈਡੈਂਟੀਫਾਈ ਕਰ ਜਾਂਦੇ ਹਾਂ ਕਿ ਅਸੀਂ ਕੀ ਕੰਮ ਕਰਦੇ ਹਾਂ, ਕੀ ਸਾਡਾ ਕਾਰੋਬਾਰ ਹੈ, ਕੀ ਸਾਡੇ ਰਿਲੇਸ਼ਨਸ ਹਨ। ਉਹਨਾਂ ਚੀਜ਼ਾਂ ਨਾਲ ਵੀ try to identify and be somebody and be something। ਤੇ first you tell me if that is okay, then I will move forward. Am I on the right track or I'm totally off? Yes, you're on the right track. We are part of the universal consciousness. Generally, I feel the norm is that it is within the actions of a certain individual. Harmonium band kara do zara. मैं ना एक अगर मैंने तुसी एक second दियो, that's why I was worried. I will move. It will take me 1 second. Is this better? Yes. Oh, Right. Oh, sorry. So anyway, New York rose nawa drama, but anyway, every day so technically what it is, the soul has nothing to do with the actions of the individual because of the occurrence it is in the relationship. Basically, I feel soul तक ਅਸੀਂ ਪਹੁੰਚ ਹੀ ਨਹੀਂ ਸਕਦੇ ਕਿਉਂਕਿ ਅਸੀਂ ਪੰਜ ਵਿਕਾਰਾਂ ਵਿੱਚ ਹੀ ਫਸੇ ਹੋਏ ਹਾਂ। ਜਦ ਤੱਕ ਉੱਥੋਂ ਸਾਡੀ we don't get out of that, we are not able to find our identity kind of. So एक मिनट, your time, but I am back here. Okay. If I want to find, like I say, peace, rest, real fulfillment, you need to kind of sit back and contemplate who I am. We are already kind of deeply in love with who we are, regardless of our achievement, status, possessions. All other identities will come and go. But I feel it's only in the merging with Vaheguru, Tutke, basically, then only you will have the complete security in who you are. Jiste upje tismaye samaye, kind of. Our intrinsic value kind of is based on Kal Purakh's Nadar and his love for us. With him on our side, I feel our self-worth increases simply from our own because of the inner feelings of peace and bliss with him. I don't know if I'm making any sense. But when we start to link our identity with the Vaheguru's love, like feeling athah pyar in our Pati, Parmeshwar, and when I find my identity merged with the Vaheguru, that is where there is complete acceptance. So when I live and start feeling I am God's beloved, but he is holding now my because of that grounding belief, now I feel I don't need to achieve the most, I don't need to have more stuff. And when the soul is purified from the contamination of the 5 mayas, and suddenly the approval of the surrounding people loses its luster. In my opinion, that's how I think you start to find who I am. That's it. Anybody else want to speak on this?
Actually, this feeling will help you for realization, who am I? Because this is a bhav which is very important for realization. Unless this bhav is not there, and this bhav increases more and more when you realize, who am I? So, in very simple words, so that it goes in everybody's mind, clarity now, that how to be in tune with the idea that the physical consciousness ਜਿਹੜੀ ਹੈ ਉਹਦਾ ਭਾਵ ਮਿਟ ਕੇ ਆਤਮਿਕ ਕੌਨਸ਼ੀਅਸ ਦੇ ਨਾਲ ਜੁੜ ਜਾ, ਜਿਹੜਾ ਸਾਨੂੰ ਚਲਾ ਰਿਹਾ. Your bhav will help a lot for the realization. To know yourself, to realize yourself, अपने आत्मिक truth ਨੂੰ ਪਾਣਾ. So your bhav is very good, this acceptance, and this is grace, and this is prasad, and without this we can't realize. This is very much needed. You are right, I appreciate. Anybody else? Vinku ji, ਕਿਸੇ ਨੇ ਇਹਦੇ ਤੇ ਬੋਲਣਾ ਹੈ ਤੇ ਬੋਲ ਦਿਓ, ਹੋਰ ਕਿਸੇ ਦਾ ਕੋਈ ਕਮੈਂਟ ਹੈਗੇ ਨੇ? Auntie, I just had a question. When you said when we experience, we realize the intuitive power. Yes. Yes. Actually, these powers thoda ja agge ja ke aangiyan, because there are stages of your consciousness on mental level. You know, ਅਸੀਂ ਪਹਿਲਾਂ ਤੇ ਕਹਿੰਦੇ ਆ ordinary mind ਜਾਂ ordinary consciousness, ਜਿਹਦੇ ਨਾਲ ਕਿ ਅਸੀਂ ਦੁਨੀਆ ਦੇ ਸਾਰੇ ਕੰਮ ਚਲਾ ਲੈਂਦੇ ਹਾਂ. ਸੈਕੰਡ ਸਟੇਜ ਹੁੰਦੀ ਹੈ ਜਿੱਥੇ ਕਿ ਸਾਨੂੰ ਥੋੜਾ ਜਿਹਾ ਕੌਨਸ਼ੀਅਸਨੈਸ ਡਿਵੈਲਪ ਹੋ ਗਿਆ ਹੈ. ਹੁਣ ਸਾਨੂੰ ਬਾਣੀ ਦੀ ਵੀ ਸਮਝ ਜ਼ਿਆਦਾ ਆਣੀ ਸ਼ੁਰੂ ਹੋ ਗਈ ਹੈ. ਹੁਣ ਅਸੀਂ ਥਰਡ ਸਟੇਜ ਤੇ ਪਹੁੰਚ ਗਏ ਹਾਂ, ਜਿੱਥੇ ਸਾਨੂੰ ਬਾਣੀ ਦੀ ਸਮਝ ਵੀ ਆਣੀ ਸ਼ੁਰੂ ਹੋ ਗਈ ਹੈ, ਔਰ ਬਾਣੀ ਨੂੰ ਅਸੀਂ ਆਪਣੇ ਜੀਵਨ ਵਿੱਚ ਢਾਲਣਾ ਵੀ ਸ਼ੁਰੂ ਕਰ ਦਿੱਤਾ ਹੈ. And this is the fourth stage, which is intuitive power. ਤੁਸੀਂ ਆਪਣੇ ਆਪ ਹੀ ਅਜ਼ਮਾਇਆ ਹੋਵੇਗਾ ਕਿ ਜਦੋਂ ਹੁਣ ਤੁਹਾਨੂੰ ਕੋਈ ਥਾਟ ਆਉਂਦਾ ਹੈ, ਜਦੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਸਾਧਨਾ ਕਰ ਰਹੇ ਹੋ, ਜਦੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਤੇ ਤੁਹਾਨੂੰ ਕੋਈ ਸੋਚ ਆਉਂਦੀ ਹੈ, ਜਦੋਂ ਉਹ ਸੋਚ ਦੇ ਨਾਲ ਇੱਕ ਹੋਰ ਸੋਚ ਆਉਂਦੀ ਹੈ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ, ਅੱਗੇ ਵਧਣ ਦੀ, ਕਿਸ ਤਰ੍ਹਾਂ ਉਹ ਪਹਿਲਾਂ ਨਹੀਂ ਸੀ ਆਉਂਦੀ. ਇਹਨੂੰ ਉਹਨਾਂ ਨੇ ਐਕਸਪਲੇਨ ਕੀਤਾ ਹੈ, ordinary mind, higher mind, illuminated mind, and this is a fourth state, intuitive mind. ਫਿਰ ਕੀ ਇਹ ਤੁਹਾਡੇ ਅੰਦਰੋਂ ਹੀ ਉਹ ਥਾਟ ਜਿਹੜੇ ਨੇ, ਬਟ ਦਿਸ ਇਜ਼ ਡਿਵੈਲਪਮੈਂਟ ਆਫ ਕੌਨਸ਼ੀਅਸਨੈਸ. ਜਿਹੜਾ ਪਿਛਲੀ ਵਾਰੀ ਅਸੀਂ ਕੀਤਾ ਸੀ ਨਾ, ਆਪਣਾ ਕੋਸ਼ਾਂ ਦਾ ਅੰਨਮਈ ਕੋਸ਼, ਪ੍ਰਾਣਮਈ ਕੋਸ਼ ਕੀਤਾ ਸੀ ਨਾ. These are stages of development of chetna, development of consciousness. So ਹੈ ਤੇ ਸਾਰਾ ਹੁਣ ਅਸੀਂ ਜਿਹੜਾ ਕੰਮ ਕਰ ਰਹੇ ਹਾਂ, ਬੋਲ ਰਹੇ ਵੀ ਤੇ consciousness ਹੈ, ਸਾਰਾ consciousness ਹੈ. ਲੇਕਿਨ ਉਹ ਲੈਵਲ ਜਿੱਥੇ ਜਾ ਕੇ ਆਤਮਿਕ ਰਿਅਲਾਈਜੇਸ਼ਨ ਹੁੰਦੀ ਹੈ, ਉਹ ਸਾਡੀ ਲਾਸਟ ਸਟੇਜ ਹੈ. ਉਹਨੂੰ ਅਸੀਂ ਸੋਲ ਸਟੇਜ ਕਹਿ ਸਕਦੇ ਹਾਂ. ਚੇਤਨਾ ਤੇ ਸਾਰੀ ਹੈ, ਆਰਡੀਨਰੀ ਕੰਮ ਵਿੱਚ ਵੀ ਚੇਤਨਾ ਜਿਉਂ-ਜਿਉਂ ਡਿਵੈਲਪ ਹੁੰਦੇ ਜਾਂਦੀ ਹੈ ਫਿਰ ਚੇਤਨਾ. ਪਰ ਇੱਕ ਅਸੀਂ ਲੈਵਲ ਤੇ ਅਖੀਰ ਤੇ ਆਉਂਦੇ ਹਾਂ ਜਿੱਥੇ ਕਿ ਹੂ ਐਮ ਆਈ ਰਿਅਲਾਈਜ਼ ਹੋ ਜਾਂਦਾ ਕਿ ਮੈਂ ਕੌਣ. ਜਦੋਂ ਹੂ ਐਮ ਆਈ ਰਿਅਲਾਈਜ਼ ਹੋ ਗਿਆ ਮੈਂ ਕੌਣ ਹਾਂ, ਤੁਹਾਡੇ ਅੰਦਰੋਂ ਸੋਲਿਊਸ਼ਨ ਆਉਣੀਆਂ ਸ਼ੁਰੂ ਹੋ ਜਾਣਗੀਆਂ. ਤੁਹਾਡੇ ਪ੍ਰੋਬਲਮ ਜਿਹੜੇ ਨੇ ਪ੍ਰੋਬਲਮ ਨਹੀਂ ਰਹਿਣਗੇ. ਹੁਣ ਤੁਹਾਡਾ ਜਿਹੜਾ ਮਨ ਮੈਂ ਉਹ ਪ੍ਰੋਬਲਮ ਵੱਲ ਨਾ ਜਾ ਕੇ ਸੋਲਿਊਸ਼ਨ ਵੱਲ ਜਾਏਗਾ, ਕਿਉਂਕਿ ਹੁਣ ਉਹ ਆਤਮਾ ਵੱਲ ਉਹਦਾ ਰਜੂ ਹੋ ਗਿਆ. ਉਹ ਸਰੀਰ ਨੂੰ ਵੱਲੋਂ ਛੱਡ ਕੇ ਉਹਨੇ ਆਤਮਾ ਵੱਲ ਚਲਾ ਗਿਆ. ਹੁਣ ਮਨ ਜਿਹੜਾ ਇਹ ਨਹੀਂ ਸੋਚੇਗਾ ਕਿ ਮੈਂ ਬਿਮਾਰ ਕਿਉਂ ਹੋਇਆ, ਮੈਨੂੰ ਪ੍ਰੋਬਲਮ ਕਿਉਂ ਹੋਇਆ. ਮਨ ਸਿੱਧਾ ਹੀ ਸੋਚੇਗਾ ਕਿ ਹੁਣ ਮੈਂ ਕੀ ਕਰਨਾ. ਹੁਣ ਮਨ ਜਿਹੜਾ ਹੈ ਉਹ ਇੰਨਾ ਸਟਰੋਂਗ ਹੋ ਗਿਆ, ਇੰਨਾ ਬੋਲਡ ਹੋ ਗਿਆ, ਇੰਨਾ ਇੰਟੈਲੀਜੈਂਟ ਹੋ ਗਿਆ. The solutions will come to it. Clear?
हाँ जी, होर कोई? मैं तो तुहानू बड़े सिंपल वर्ड में समझा देता है। एंड नाउ क्योंकि जिन्ना चिर सिंपलिसिटी नहीं ना आएगी, क्योंकि टॉपिक वैसे ही बड़ा मुश्किल है, जिन्ना चिर सिंपलिसिटी नहीं आएगी तो समझ नहीं आएगी। मन जिहड़ा वो बड़ा ऑर्डनरी वे नाल काम करदा, उन्होंने ज्यादा अजे समझन अजे नहीं प्रैक्टिस नहीं हैगी। सो हुण असीं एक सीधे तरीके नाल कहना है, देखो हुण मैं बोल रही हाँ, आई नो 100% कि मैं नहीं बोल रही, कौन बोल रहा, वो बोल रहा। ये हौली हौली एस्टैबलिश हुंदा है, एकदम नहीं हुंदा। बट मेन एम ये है कि दिस इज द रियलाइजेशन, इनू तुसी जो भी मर्जी कह लो, आत्मा आत्म साक्षात्कार, रियलाइजेशन की कि मैं कौन। ਇਹਦਾ ਇਹਦੀ अपना सब तो ज्यादा ਇਹਦੀ ਜਿਹੜੀ ਸੀ क्लैरिटी ਇਹ ਰਮਨ ਮਹਰਿਸ਼ੀ ने ਦਿੱਤੀ ਸੀ। ਇਸ ਤੋਂ ਪਹਿਲਾਂ ਇਹਦੀ क्लैरिटी ਇੰਨੀ नहीं सी। रमन महर्षि देखो एक बड़े छोटी जी उम्र ਦੇ ਵਿੱਚ एक ऑर्डिनरी बच्चा ਜਿਹਨੂੰ ਕੋਈ दुनिया का कुछ पता नहीं, he never knew about spirituality, ਇੱਕ दिन he belonged to a very poor family and south ਦੇ ਸੀ। ਇੱਕ ਦਿਨ ਉਹਨਾਂ ਨੂੰ ਇਸ ਤਰ੍ਹਾਂ ਲੱਗਾ, ਸਕੂਲ ਵਿੱਚ ਪੜ੍ਹਦੇ ਸੀ, ਕਿ ਮੈਂ ਮਰਨ ਲੱਗਾ ਵਾਂ। ਤੋ ਉਸ ਵੇਲੇ ਫਿਰ ਇਹ ਵੇ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗ੍ਰੇਸ ਪ੍ਰਸਾਦ ਆ ਗਿਆ ਨੇ, ਤੇ ਆਮ ਬੰਦਾ ਤੇ ਡਰ ਜਾਂਦਾ ਮੈਂ ਮਰਨ ਲੱਗਾ ਵਾਂ। ਉਹਨਾਂ ਦੇ ਅੰਦਰ ਆਇਆ ਕਿ ਮੈਨੂੰ ਦੇਖਣ ਦਿਓ ਹੁੰਦਾ ਕੀ ਹੈ। ਉਹ ਲੇਟ ਗਏ ਜ਼ਮੀਨ ਤੇ, ਉਹ ਜ਼ਮੀਨ ਤੇ ਲੇਟ ਗਏ ਤੇ ਉਹਨਾਂ ਦੇਖਿਆ ਕਿ ਹੌਲੀ ਹੌਲੀ ਪੈਰਾਂ ਦੇ ਵਿੱਚੋਂ ਕੌਨਸ਼ੀਅਸਨੈਸ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਗਿਆ। ਨਿਕਲਦਾ 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 ਲੱਤਾਂ ਵਿੱਚ, ਫਿਰ ਪੇਟ ਵਿੱਚ, ਸਾਰਾ ਸਿਰ ਤੋਂ ਨਿਕਲ ਗਿਆ। ਐਂਡ ਹੁਣ ਉਹ ਸਮਝਦੇ ਨੇ ਕਿ ਮੈਂ ਮਰ ਗਿਆ। ਹੁਣ ਉਹਨਾਂ ਨੇ ਕਿਹਾ ਪਰ ਉਹ ਕੌਣ ਸੀ ਜਿਹੜਾ ਆਵਾਜ਼ ਕਰ ਰਿਹਾ ਸੀਗਾ? Who was that who was watching all this, who was watching the death? ਕਿਉਂਕਿ ਇਹਦੇ ਇੱਥੇ ਜਾ ਕੇ ਸਰੀਰ ਦਾ ਜਿਹੜਾ ਨਾ ਫਿਜ਼ੀਕਲ ਜਿਹੜੀ ਹੈਗੀ ਹੈ ਆਪਣਾ ਕੌਨਸ਼ੀਅਸਨੈਸ ਉਹ ਖਤਮ ਹੋ ਜਾਂਦਾ ਹੈ। ਇੱਥੇ ਜਾ ਕੇ ਪਤਾ ਲੱਗਦਾ ਹੈ ਕਿ ਮੈਂ ਸਰੀਰ ਨਹੀਂ, ਮੈਂ ਸਰੀਰ ਨੂੰ ਵੇਖਣ ਵਾਲਾ ਵਾਂ, ਉਹਨੂੰ ਚਲਾਉਣ ਵਾਲਾ ਵਾਂ। ਉਹਦਾ ਮਤਲਬ ਹੈ ਉਹਦਾ ਸਾਰਾ ਇੰਟੈਲੀਜੈਂਸ, ਆਮ ਨਾਟ ਜਸਟ ਇੰਜਨ, ਆਮ ਜਸਟ ਟੋਟਲ ਇੰਟੈਲੀਜੈਂਸ। ਸੋ ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਜਾਣਾ, ਉਹਨਾਂ ਦੇ ਦਰਸ਼ਨ ਕਰਨ, ਉੱਥੇ ਆਪਣਾ ਰਮਨ ਮਹਰਿਸ਼ੀ ਦੇ ਉੱਥੇ ਇਹ ਬੜੇ ਰੀਸੈਂਟ ਰਿਸ਼ੀ ਹੋਏ ਨੇ, ਤੇ ਉੱਥੇ ਉਹਨਾਂ ਨੇ ਵੱਡੇ ਵੱਡੇ ਵਰਡ ਵਿੱਚ ਇਹ ਲਿਖਿਆ ਹੋਇਆ, ਕਿਉਂਕਿ ਜਿਹੜਾ ਵੀ ਉੱਥੇ ਆਏ ਇਹ ਲੈਸਨ ਲੈ ਕੇ ਜਾਏ ਕਿ ਮੈਂ ਕੌਣ ਆ। ਹੁਣ ਮੈਂ ਕੌਣ ਆ ਤਾਂ ਇੰਨੀ ਸਮਝ ਨਹੀਂ ਆਉਂਦੀ ਜਿੰਨਾ ਇਹ ਸਮਝਾਉਣ ਤੋਂ ਆਉਂਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੂੰ ਰਿਅਲਾਈਜੇਸ਼ਨ ਹੋਈ ਕਿ ਹੁਣ ਮੇਰੀਆਂ ਲੱਤਾਂ, ਹੁਣ ਮੇਰੀ ਜਾਨ ਨਿਕਲ। ਬਟ ਹੂ ਇਜ਼ ਦੈਟ ਹੂ ਇਜ਼ ਵਾਚਿੰਗ ਦੈਟ? ਪਰ ਅੱਜ ਕੱਲ ਤੇ ਮੈਂ ਬੜੇ ਸਾਰੇ ਵੀਡੀਓ ਮਤਲਬ ਹੁਣ ਆਏ ਹੈਗੇ ਨੇ ਜਿਹੜੇ ਕਿ ਇਹ ਡੈਥ ਤੋਂ ਬਾਅਦ ਡੈਥ ਹੋ ਜਾਂਦੀ ਹੈ, ਡਾਕਟਰ ਡਿਕਲੇਅਰ ਕਰ ਦਿੰਦੇ ਨੇ ਡੈਥ, then they go to the cosmic journey and ਉਹ ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਕਹਿੰਦੇ ਨੇ ਕਿ ਜਿਹੜਾ ਹੈ ਨਾ ਗੋਲਡਨ ਕਾਰਡ ਉਹ ਤੁਹਾਡੇ ਨੈਵਲ ਦੇ ਨਾਲ ਜੁੜਿਆ ਹੁੰਦਾ। ਸੋ ਜਦੋਂ ਨੈਵਲ ਕਾਰਡ ਉਹ ਗੋਲਡਨ ਕਾਰਡ ਟੁੱਟ ਜਾਂਦਾ ਹੈ ਤੇ ਤੁਹਾਡੀ ਲਾਈਫ ਜਿਹੜੀ ਹੈ ਬਿਲਕੁਲ ਫਿਰ ਵਾਪਸ ਨਹੀਂ ਆ ਸਕਦੀ। ਲੇਕਿਨ ਕਈਆਂ ਦਾ ਕੀ ਹੁੰਦਾ, ਹਾਰਟ ਸਟਾਪ ਹੋ ਜਾਂਦਾ। ਐਂਡ ਡਾਕਟਰ ਜਿਹੜੇ ਨੇ ਉਹ ਤੇ ਮੇਨਲੀ ਹਾਰਟ ਤੇ ਡਿਪੈਂਡ ਕਰਦੇ ਨੇ ਜਾਂ ਬ੍ਰੇਨ ਤੇ, ਉਹ ਦੇਖ ਲੈਂਦੇ ਨੇ ਕਿ ਦੋਨੋਂ ਜਿਹੜੇ ਨੇ ਫੇਲ ਹੋ ਗਏ, ਸੋ ਦੇ ਡਿਕਲੇਅਰ ਕਿ ਮਰ ਗਿਆ। ਲੇਕਿਨ ਜਿਹੜਾ ਗੋਲਡਨ ਕਾਰਡ ਉਹ ਨਹੀਂ ਟੁੱਟਦਾ। ਅੱਛਾ, ਉਹ ਕੀ ਹੁੰਦਾ ਹੈ ਕਿ ਉਹ ਫਿਰ ਉਸ ਜਰਨੀ ਤੇ ਜਾ ਕੇ ਫਿਰ ਵਾਪਸ ਜਦੋਂ ਆਉਂਦੇ ਨੇ, then they tell their experiences। ਮੈਂ ਨਾ ਇਸ ਤਰ੍ਹਾਂ ਦੇ ਬਹੁਤ ਸਾਰੇ ਪੜ੍ਹੇ ਹੈਗੇ ਨੇ। ਸੋ ਉਹਦੇ ਵਿੱਚ ਮੈਂ ਪੜ੍ਹ ਰਹੀ ਸੀ ਕਿ ਬਈ ਉਹਨੇ ਫਿਰ ਸਾਰਾ ਆਪਣਾ ਜਰਨੀ ਲਿਖਿਆ ਹੈ ਵੀ ਮੈਂ ਕਿਸ ਤਰ੍ਹਾਂ ਗਈ, ਕਿਸ ਤਰ੍ਹਾਂ। ਬਟ ਫਿਰ ਉਹਨੇ ਲਿਖਿਆ ਕਿ ਕਿਉਂਕਿ ਉਹ ਨਾ ਬੜੀ ਅਧਿਆਤਮਿਕ ਪਾਸੇ ਲੱਗੀ ਸੀ, ਉਹਦਾ ਗੁਰੂ ਵੀ ਸੀ, ਤੇ ਉਹ ਕਹਿੰਦੀ ਹੈ ਫਿਰ ਜਿਸ ਵੇਲੇ ਮੈਂ ਸਭ ਤੋਂ ਉੱਪਰ ਗਈ ਤੇ ਉੱਥੇ ਇੱਕ ਬੜਾ ਹੀ ਸੋਹਣੀ ਲਾਈਟ ਸੀ, ਔਰ ਲਾਈਟ ਦੇ ਵਿੱਚ ਸਾਰੇ ਗੁਰੂ ਬੈਠੇ ਹੋਏ ਸੀ। ਉਹਨੇ ਕਿਹਾ ਕਿ ਕ੍ਰਾਈਸਟ ਵੀ ਸੀ, ਮੁਹੰਮਦ ਵੀ ਸੀ,
ਕ੍ਰਿਸ਼ਨ ਵੀ ਸੀ, ਗੁਰੂ ਨਾਨਕ ਵੀ ਸੀ, ਬਟ ਸਾਰੇ ਨਾ ਆਪੋ ਆਪਣੀ ਥਾਂ ਤੇ ਥੋੜਾ ਥੋੜਾ ਅੰਧੇਰਾ ਕਰਕੇ ਬੈਠੇ ਸੀ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਨੇ। ਕਹਿੰਦੀ ਹੈ ਉੱਥੇ ਇੰਨੀ ਸ਼ਾਂਤੀ ਸੀ ਕਿ ਮੇਰਾ ਮਨ ਨਹੀਂ ਸੀ ਵਾਪਸ ਆਉਣ ਨੂੰ ਕਰਦਾ। ਪਰ ਕਹਿੰਦੀ ਹੈ ਫਿਰ ਮੈਨੂੰ ਉਹਨਾਂ ਨੇ ਸਵਾਲ ਕੀਤਾ, ਤੂੰ ਇੱਥੇ ਰਹਿਣਾ ਹੈ ਕਿ ਵਾਪਸ ਜਾਣਾ ਹੈ? ਉਹਨਾਂ ਨੇ ਕਿਹਾ ਮੈਨੂੰ ਜਲਦੀ ਜਲਦੀ ਜਵਾਬ ਦੇ, ਜਲਦੀ ਜਲਦੀ। ਕਹਿੰਦੀ ਹੈ ਫਿਰ ਮੈਨੂੰ ਖਿਆਲ ਆਇਆ ਮੇਰੇ ਤੇ ਛੋਟੇ ਛੋਟੇ 2 ਬੱਚੇ ਹੈਗੇ ਨੇ, ਉਹਨਾਂ ਨੂੰ ਮੇਰੀ ਬੜੀ ਜ਼ਰੂਰਤ ਹੈ। ਮੈਂ ਕਿਹਾ ਮੈਂ ਵਾਪਸ ਜਾਣਾ। ਦੈਨ ਸ਼ੀ ਕੇਮ ਬੈਕ ਟੂ ਲਾਈਫ। ਇਸੇ ਤਰ੍ਹਾਂ ਇੱਕ ਲੜਕੀ ਨੇ, ਉਹ ਇੱਥੇ USA ਵਿੱਚ ਹੀ ਰਹਿੰਦੀ ਹੈ, ਉਹਨੂੰ ਇਹ ਡੈਥ ਐਕਸਪੀਰੀਅੰਸ ਹੋਇਆ ਸੀ ਔਰ ਉਹਨੇ ਫਿਰ ਬੁੱਕ ਲਿਖੀ ਇਹਦੇ ਤੇ ਬਕਾਇਦਾ। ਸੋ ਉਹਦੇ ਤੋਂ ਫਿਰ ਮਤਲਬ ਇਹ ਪਤਾ ਲੱਗਦਾ ਹੈ ਕਿ ਕੀ ਚੀਜ਼ ਹੈ ਜਿਹੜੀ ਬੋਡੀ ਦੇ ਵਿੱਚੋਂ ਨਿਕਲ ਗਈ ਸੀ, ਔਰ ਜਿਹੜੀ ਨਿਕਲ ਗਈ ਸੀ ਉਹੀ ਮੈਂ ਆ। ਸੋ ਇਹਨੂੰ ਥੋੜਾ ਥੋੜਾ ਅਸੀਂ ਜਿੰਨਾ ਚਿਰ ਅਸੀਂ ਗਹਿਰਾਈ ਨਾਲ ਤੇ ਸਮਝਾਂਗੇ, ਪਰ ਜਿੰਨਾ ਚਿਰ ਅਸੀਂ ਇਹਨੂੰ ਪ੍ਰੈਕਟਿਸ ਨਾ ਬਣਾਈਏ ਆਪਣੀ, ਇਹ ਫੀਲ ਨਾ ਕਰੀਏ ਕਿ ਮੇਰੇ ਅੰਦਰ ਉਹ ਸ਼ਕਤੀ ਬੈਠੀ ਹੋਈ ਹੈ। ਦੇਖੋ ਤੁਸੀਂ ਸਭ ਤੋਂ ਬਾਤ ਕਰ ਰਹੇ ਹੋ, ਮੇਰਾ ਹੱਥ ਸਿੱਧਾ ਹੀ ਆਪਣੇ ਹਾਰਟ ਤੇ ਜਾਏਗਾ, ਕਿਉਂਕਿ ਕਹਿੰਦੇ ਨਾ ਹਿਰਦੇ ਵਿੱਚ ਵਸਦਾ। ਸਿੱਧਾ ਹਾਰਟ ਤੇ ਇਸ ਕਰਕੇ ਜਾਏਗਾ ਕਿ ਇੱਕ ਫੀਲਿੰਗ ਹੈ ਕਿ ਉਹ ਇੱਥੇ ਬੈਠਾ ਆ। ਆਪੇ ਨਾ ਆਪੀ ਨੇ ਆਪ ਸਾਬਿਆ ਦੁਈ ਕੁਜ਼ਰ ਸਾਜੀਏ ਕਰ ਆਸਨ ਡਿੱਠੋ ਜਾਓ। ਤੁਸੀਂ ਉਹ ਆਸਨ ਵਾਲਾ ਵਰਡ ਯਾਦ ਕਰੋਗੇ, ਉਹਨੇ ਆਸਨ ਇੱਥੇ ਲਗਾਇਆ, ਉਹਨੇ ਇੱਥੇ ਆਸਨ ਲਗਾਇਆ ਹੋਇਆ ਔਰ ਉਹ ਹੀ ਸਭ ਕੁਝ ਕਰ ਰਿਹਾ। ਔਰ ਜੇ ਉਹ ਹੀ ਸਭ ਕੁਝ ਕਰ ਰਿਹਾ ਤੇ ਫਿਰ ਮੈਂ ਕਿੱਥੇ ਆ? ਇਹਦਾ ਮਤਲਬ ਮੈਂ ਨਹੀਂ ਆ। ਜੇ ਮੈਂ ਨਹੀਂ ਆ ਤੇ ਫਿਰ ਹੰਕਾਰ ਕਾਹਦਾ? ਜੇ ਹੰਕਾਰ ਨਹੀਂ ਤੇ ਫਿਰ ਲੋਭ ਲਾਲਚ ਕ੍ਰੋਧ ਇਹ ਕਾਹਦਾ? ਇਹਦੀ ਕੀ ਲੋੜ ਹੈ? ਫਿਰ ਦੂਸਰਾ, ਇਸ ਪ੍ਰੈਕਟਿਸ ਦੇ ਨਾਲ ਤੁਹਾਡੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਉਹਦੇ ਵਿੱਚ ਆਨੰਦ ਬੜਾ ਆਉਂਦਾ ਹੈ। ਐਂਡ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਲਾਈਫ ਦਾ ਕੋਈ ਪ੍ਰੋਬਲਮ ਤੇ ਹੈ ਹੀ ਨਹੀਂ। ਪ੍ਰੋਬਲਮ ਜਿਹੜੇ ਨੇ ਉਹ ਤੇ ਆ ਰਹੇ ਨੇ ਮੇਰੀ ਪ੍ਰੈਕਟਿਸ ਵਾਸਤੇ, ਉਹ ਤੇ ਆ ਰਹੇ ਨੇ ਮੈਨੂੰ ਅੱਗੇ ਵਧਾਉਣ ਵਾਸਤੇ। ਹੁਣ ਦਾ ਥਾਟ ਆਏਗਾ ਕਿ ਮੈਂ ਸੋਲਵ ਕਿਸ ਤਰ੍ਹਾਂ ਕਰਨਾ ਪ੍ਰੋਬਲਮ, ਇਹ ਨਹੀਂ ਕਿ ਆਈ ਸ਼ੁਡ ਗੋ ਰਾਉਂਡ ਅਰਾਊਂਡ ਦਾ ਪ੍ਰੋਬਲਮ। ਫਿਰ ਮੇਰਾ ਸਾਰਾ ਬਿਹੇਵੀਅਰ ਜਿਹੜਾ ਦੁਨੀਆ ਦੇ ਨਾਲ ਬਦਲ ਜਾਏਗਾ। ਮਤਲਬ these changes come slowly and ਇਹ ਹੈ ਕਿ ਫਿਰ ਜਿਹੜੀ ਅਵਸਥਾ ਬਣ ਜਾਂਦੀ ਹੈ ਉਹ ਇੰਨੀ ਬਿਊਟੀਫੁਲ ਹੁੰਦੀ ਹੈ। ਮਤਲਬ we can ਐਕਸਪੀਰੀਅੰਸ ਤੋਂ ਬਿਨਾਂ ਤੇ ਨਹੀਂ ਆਉਂਦੀ, ਪਰ ਉਹਦੇ ਨਾਲ ਥੋੜਾ ਵਿਸ਼ਵਾਸ ਤੇ ਆਉਂਦਾ ਜੇ ਤੁਸੀਂ ਕਿਸੇ ਹੋਰ ਕੋਲੋਂ ਸੁਣੋ ਕਿ ਹਾਂ ਬਈ ਅਵਸਥਾ ਜਿਹੜੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਪਰ ਸਫ਼ਰ ਜਿਹੜਾ ਹੈ ਥੋੜਾ ਲੰਬਾ ਹੈ ਔਰ ਥੋੜਾ ਵਿਸ਼ਵਾਸ ਦਾ ਵੀ, ਇੱਕ ਬੜਾ ਪੱਕਾ ਵਿਸ਼ਵਾਸ ਕਿ ਯਸ ਹੀ ਇਜ਼ देयर, ਓਨਲੀ ਹੀ ਇਜ਼ देयर। ਗੋਬਿੰਦ ਹੈ ਗੋਬਿੰਦ ਹੈ ਗੋਬਿੰਦ ਹੈ ਗੋਬਿੰਦ ਨਹੀਂ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਸੋ ਦੈਨ ਯੂ ਨੋ ਹੌਲੀ ਹੌਲੀ ਤੁਹਾਡੀ ਪ੍ਰੈਕਟਿਸ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਚਾਹੇ ਤੁਸੀਂ ਰੋਟੀ ਪਕਾ ਰਹੇ ਹੋ, ਚਾਹੇ ਤੁਸੀਂ ਰੋਟੀ ਖਾ ਰਹੇ ਹੋ, ਹੁਣ ਤੁਹਾਡੀ એનર્ਜੀ ਇੰਨੀ ਪਿਉਰੀਫਾਈ ਹੁੰਦੀ ਜਾਏਗੀ, ਇੰਨੀ ਪਿਉਰੀਫਾਈ ਹੁੰਦੀ ਜਾਏਗੀ ਕਿ ਤੁਸੀਂ ਸੋਚ ਗਲਤ ਕਰ ਹੀ ਨਹੀਂ ਸਕੋ। ਡਰ ਤੁਹਾਡੇ ਨੇੜੇ ਤੇੜੇ ਨਹੀਂ ਆਏਗਾ, ਦੁਸ਼ਮਣੀ ਤੁਹਾਡੇ ਨੇੜੇ ਤੇੜੇ ਨਹੀਂ ਆਏਗੀ। ਸੋ ਹੌਲੀ ਹੌਲੀ ਥੋੜਾ ਜਿਹਾ ਹੋਰ ਡੈਪਥ ਵਿੱਚ ਜਾਣ ਵਾਸਤੇ ਕੁਝ ਹੋਰ ਪੁਆਇੰਟ ਲੈ ਕੇ ਅਸੀਂ ਹੋਰ ਡੈਪਥ ਵਿੱਚ ਜਾਵਾਂਗੇ, ਪਰ ਅਜੇ ਮੈਂ ਜ਼ਿਆਦਾ ਨਹੀਂ ਜਾਣਾ ਚਾਹੁੰਦੀ ਕਿਉਂਕਿ ਫਿਰ ਥੋੜਾ ਕਨਫਿਊਜ਼ਨ ਹੋ ਜਾਂਦਾ। ਸੋ ਅਜੇ ਅਸੀਂ ਇਹਦੇ ਤੇ ਕੁਝ ਦਿਨ ਪ੍ਰੈਕਟਿਸ ਕਰਕੇ ਦੇਖਣਾ ਕਿ ਰਿਜ਼ਲਟ ਕੀ ਆਉਂਦਾ। ਔਰ ਇਹਦੇ 'ਚ ਇਹ ਬੜਾ ਜ਼ਰੂਰੀ ਹੈ ਸੈਟਲ ਹੋਣ ਵਾਸਤੇ ਸ਼ਾਂਤ ਅਲੈਦਾ ਇਕਾਂਤ ਵਿੱਚ ਬੈਠ ਕੇ ਥੋੜੀ ਦੇਰ ਪ੍ਰੈਕਟਿਸ ਕਰੀਏ, ਭਾਵੇਂ ਤੇ ਅਸੀਂ ਮੈਡੀਟੇਸ਼ਨ ਕਰੀਏ, ਭਾਵੇਂ ਸ਼ਬਦ ਦੇ ਨਾਲ ਜੁੜੀਏ, ਜਿਸ ਤਰ੍ਹਾਂ ਵੀ ਹੈ, ਪਰ ਇਹ ਕੋਸ਼ਿਸ਼ ਕਰੀਏ ਅੰਦਰ ਜਾਣ ਦੀ। ਅੰਦਰ ਜਾਣ ਦੀ ਥੋੜਾ ਜਿਹਾ ਲਫ਼ਜ਼ ਮੈਨੂੰ ਮੈਂ ਸ਼ੁਰੂ ਜਦੋਂ ਲੋਕ ਕਹਿੰਦੇ ਨੇ ਅੰਦਰ ਜਾਣਾ, ਮੈਨੂੰ ਸਮਝ ਨਹੀਂ ਸੀ ਆਉਂਦੀ ਹੁੰਦੀ ਅੰਦਰ ਜਾਣਾ, ਲੇਕਿਨ ਤੁਹਾਨੂੰ ਤੇ ਹੁਣ ਸਮਝ ਆ ਗਈ ਕਿਉਂਕਿ ਤੁਸੀਂ ਮੇਰੇ ਨਾਲੋਂ ਅੱਗੇ ਨਿਕਲ ਗਏ ਹੋ, ਮੈਂ ਉਦੋਂ ਬੜੇ ਅਣਜਾਣ ਸੀ। ਅੰਦਰ ਜਾਣ ਦਾ ਮਤਲਬ ਹੁੰਦਾ ਕਿ ਜਦੋਂ ਬਾਹਰ ਦੀਆਂ ਚੀਜ਼ਾਂ ਨਾਲੋਂ ਸਾਡਾ ਕਨੈਕਸ਼ਨ ਟੁੱਟ ਜਾਂਦਾ ਹੈ, ਕਿਉਂਕਿ ਅਸੀਂ ਬੜੇ ਕਨੈਕਟਡ ਹਾਂ ਬਾਹਰ ਦੇ ਨਾਲ, ਭਾਵੇਂ ਅਸੀਂ ਜੋ ਮਰਜ਼ੀ ਕਹਿੰਦੇ ਰਹੀਏ, ਆਪਣੇ ਘਰ ਨਾਲ, ਆਪਣੇ ਕੰਮ ਨਾਲ, ਆਪਣੇ ਦਫ਼ਤਰ ਨਾਲ। ਤੁਸੀਂ ਦੇਖੋਗੇ ਸੂਖਮ ਤਰੀਕੇ ਨਾਲ
ਕਿ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰੋ ਥਾਟ ਆ ਕੇ ਤੁਹਾਨੂੰ ਦਬਾ ਹੀ ਲੈਣ, ਪਰ ਇਹਦੇ ਨਾਲ ਤੁਹਾਡੇ ਥਾਟ ਰਿਡਿਊਸ ਹੁੰਦੇ ਜਾਣਗੇ। ਬਟ ਇਟਸ ਵੈਰੀ ਇੰਪੋਰਟੈਂਟ ਟੂ ਸਿਟ ਇਕਾਂਤ ਵਿੱਚ ਇਕੱਲੇ ਕੁਝ ਟਾਈਮ, ਭਾਵੇਂ 15 ਮਿੰਟ, ਭਾਵੇਂ ਅੱਧਾ ਘੰਟਾ, ਭਾਵੇਂ ਘੰਟਾ, ਉਹਦੇ ਨਾਲ ਬੜਾ ਫਰਕ ਪਵੇਗਾ। ਉਹਦੇ ਨਾਲ ਇਹ ਜਿਹੜਾ ਨਾ ਭਾਵ ਕਿ ਤੂੰ ਹੀ ਕਰ ਰਿਹਾ, ਇਹ ਬੜਾ ਪੱਕਾ ਹੁੰਦਾ ਜਾ। ਸੋ ਤੁਹਾਡੇ ਸਵਾਲ ਤੇ ਆ ਨਹੀਂ ਰਿਹਾ, ਮੈਨੂੰ ਥੋੜਾ ਜਿਹਾ ਲੱਗ ਰਿਹਾ ਕਿ ਕੀ ਗੱਲ ਸਮਝ ਤੇ ਆ ਗਈ ਹੈ ਕਿ ਕੋਈ ਮੁਸ਼ਕਿਲ ਹੈ? ਕਿਉਂਕਿ ਹਾਂਜੀ, ਮੈਂ ਇੱਕ ਸਵਾਲ ਪੁੱਛਾਂਗੀ। ਹਾਂ ਮੈਨੂੰ ਦੱਸੋ, how would there be, man would be different than brain? Is brain producing the thoughts or man producing the thoughts? Is it the working or is it the mind? Working of the brain is mind. Okay, ਜਦੋਂ ਨਿਊਰੋਨਸ ਜਿਹੜੇ ਨੇ ਉਹ ਮੈਸੇਜ ਬਾਹਰੋਂ ਲੈਂਦੇ ਨੇ and then they give message to other neurons, then ਮਤਲਬ ਜੋ ਨਿਊਰੋਨ ਤੁਹਾਨੂੰ ਪਤਾ ਕਿ ਕਿੰਨੀ ਜ਼ਿਆਦਾ ਤਾਦਾਦ ਵਿੱਚ ਨੇ, when all of them get together then they give a message to the mind. Working of the brain is thought of the mind. When we look outside, what we perceive, the brain will perceive. It will give this message to the mind. So ਸਾਰੇ ਜਿਹੜੇ ਮੈਸੇਜ ਨੇ ਬ੍ਰੇਨ ਦੇ ਥਰੂ ਹੀ ਮਨ ਨੂੰ ਆ ਰਹੇ। ਸੋ ਇਹਦੇ ਵਿੱਚ ਫਿਰ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਜੋ ਅਸੀਂ ਦੇਖ ਰਹੇ ਹਾਂ ਉਹ ਸਾਡਾ ਨਿਊਰੋਨ ਰਿਸੀਵ ਕਰ ਰਹੇ ਨੇ, ਉਹ ਮੈਸੇਜ ਮਨ ਨੂੰ ਦੇ ਰਹੇ। ਸੋ ਹੁਣ ਅਸੀਂ ਕਿਸ ਤਰੀਕੇ ਨਾਲ ਦੇਖਣਾ ਹੈ ਕਿ ਸਾਨੂੰ ਕੋਈ ਚੀਜ਼ ਕਿਸੇ ਨੂੰ ਦੇਖੀਏ, ਕਿਸੇ ਨੂੰ ਮਿਲੀਏ, ਲਾਈਕਿੰਗ ਡਿਸਲਾਈਕਿੰਗ ਕਿਸ ਤਰ੍ਹਾਂ ਦੀ ਹੈ, ਮੈਨੂੰ ਭਾਵ ਮੇਰਾ ਕਿਸ ਤਰ੍ਹਾਂ ਦਾ ਬਣਦਾ ਹੈ, that will be received by the brain and then transferred to the mind. ਪਹਿਲਾਂ ਤੇ ਹਰ ਚੀਜ਼ ਬ੍ਰੇਨ ਦੇ ਵਿੱਚ ਹੀ ਜਾਂਦੀ ਹੈ, ਬ੍ਰੇਨ ਤੋਂ ਬਿਨਾਂ ਕੋਈ ਮੈਸੇਜ ਜਿਹੜਾ ਹੈ ਉਹ ਫਾਰਮੂਲੇਟ ਨਹੀਂ ਹੁੰਦਾ। ਸੋ ਇਹਦੇ ਵਿੱਚ ਫਿਰ ਇਹ ਹੀ ਹੈ ਕਿ we have to be when we are very cautious ਕਿ ਜੋ ਅਸੀਂ ਦੇਖੀਏ ਉਸ ਵੇਲੇ ਭਾਵ ਕੀ ਬਣਦਾ, ਉਹ ਹੀ ਟ੍ਰਾਂਸਮਿਟ ਹੁੰਦਾ ਦੂਸਰੇ ਨਿਊਰੋਨਸ। ਤਾਂ ਸਲੋਲੀ ਟ੍ਰੇਨਿੰਗ ਹੋ ਜਾਂਦੀ ਹੈ ਬ੍ਰੇਨ ਨੂੰ ਵੀ ਕਿ ਕਿਉਂਕਿ ਪਹਿਲਾਂ ਬ੍ਰੇਨ ਜਿਹੜਾ ਸਾਡਾ ਉਹਦੇ ਵਿੱਚ ਜਿਹੜੇ ਪਾਥਵੇ ਪੁਰਾਣੇ ਬਣੇ ਹੋਏ ਨੇ ਉਹ ਇੰਨੇ ਸਟਰੋਂਗ ਨੇ, ਉਹਨਾਂ ਨੂੰ ਇਰੇਜ਼ ਕਰਨਾ ਕੋਈ ਸੌਖਾ ਨਹੀਂ ਹੈਗਾ। ਸੋ ਜੇ ਅਸੀਂ ਕਹੀਏ ਕਿ ਅੱਜੋ ਹੀ ਅਸੀਂ ਫੀਲ ਕਰ ਲਈਏ ਕਿ ਵੀ ਮੈਂ ਕੌਣ ਆ ਤੇ ਮੈਨੂੰ ਪਤਾ, ਇਹ ਨਹੀਂ ਹੋ ਸਕਦਾ, ਕਿਉਂਕਿ ਜਿਹੜੇ ਪੁਰਾਣੇ ਪਾਥਵੇਜ਼ ਬਣੇ ਹੋਏ ਨੇ ਨਿਊਰੋਨਸ ਦੇ ਬ੍ਰੇਨ ਦੇ ਵਿੱਚ, ਉਹ ਸਾਡੇ ਬੜੇ ਗਹਿਰੇ ਸੰਸਕਾਰ ਨੇ, ਉਹ ਸਾਡਾ ਸਬਕੌਂਸ਼ੀਅਸ ਹੈ। ਸਬਕੌਂਸ਼ੀਅਸ ਜਿਹੜਾ ਹੈਗਾ ਵੇ ਉਹ ਅੱਗੇ ਨਹੀਂ ਵਧਣ ਦਿੰਦਾ ਜਿੰਨਾ ਚਿਰ ਅਸੀਂ ਨਵੇਂ ਖਿਆਲਾਂ ਦੇ ਨਾਲ ਉਹਨੂੰ ਕੌਂਸ਼ੀਅਸ ਨੂੰ ਆਪਣਾ ਰਿਪਲੇਸ ਨਾ ਕਰੀਏ। ਕਲੀਅਰ ਡੋਲੀ ਜੀ? ਡੋਲੀ ਜੀ ਹਾਂਜੀ। Anybody else? ਅਸ਼ਵੀਨ ਜੀ ਤੁਸੀਂ ਸਵਾਲ ਕਰੋ। ਆਂਟੀ ਜੀ ਇੰਨੀ ਅੱਛੀ ਤਰ੍ਹਾਂ ਸਮਝ ਆ ਗਈ ਕਿ ਕੁਐਸਚਨ ਹੀ ਨਹੀਂ ਹੈਗਾ। ਅੱਛਾ, ਤੁਹਾਡੀ ਉਮਰ ਕਿੰਨੀ ਹੈ? 30 ਹੈ 13 ਸਾਲ। ਤੇ ਤੁਹਾਨੂੰ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਐਕਚੁਅਲੀ ਮੈਂ ਨਾ ਸਟਾਰਟ ਹੋਈ ਸੀ ਗੁਰੂ ਇਕਬਾਲ ਸਿੰਘ ਜੀ ਤੋਂ। ਹੈ ਮੈਂ ਜਦੋਂ ਇਹ ਪਾਠ ਕਰਨਾ ਸਟਾਰਟ ਹੋਈ ਸੀ ਤੇ ਉਹ ਮੈਂ ਗੁਰੂ ਇਕਬਾਲ ਸਿੰਘ ਜੀ ਤੋਂ ਸਟਾਰਟ ਹੋਈ ਸੀ। ਮੈਨੂੰ ਸਮਝ ਨਹੀਂ ਆਈ ਕਿੱਥੋਂ ਸਟਾਰਟ ਹੋਇਆ ਸੀ। ਜੀ ਗੁਰੂ ਇਕਬਾਲ ਸਿੰਘ ਭਾਈ ਜੀ ਹੈ, ਭਾਈ ਸਾਹਿਬ ਅੱਛਾ ਉਹਨਾਂ ਤੋਂ ਸ਼ੁਰੂ ਹੋਇਆ ਸੀ। ਬਹੁਤ ਠੀਕ ਹੈ, ਪਪੂਲਰ ਹੈਗੇ। ਠੀਕ ਹੈ। ਤੇ ਇਹ ਗੁੱਡੀ ਜਿਹੜੀ ਹੈ ਇਹ ਤੁਹਾਡੀ ਸਿਸਟਰ ਹੈ? ਇਹ ਛੋਟੀ? ਅੱਛਾ, ਇਹ ਤੁਹਾਡੀ ਫੋਟੋ ਪਹਿਲਾਂ ਦੀ ਹੈ? ਇਹ ਆਪ ਹੀ ਹੈਗੀ। ਅੱਛਾ, ਆਪ ਹੀ। ਠੀਕ ਹੈ ਬੇਟੇ। I bless you and
ਬੜੀ ਕਿਰਪਾ ਹੈ, ਬੜੀ ਵੱਡੀ ਕਿਰਪਾ ਹੈ। ਇਸ ਉਮਰ ਦੇ ਵਿੱਚ ਬੱਚੇ ਦਾ ਲੱਗ ਜਾਣਾ ਆਪਣੇ ਆਪ ਬਹੁਤ ਵੱਡੀ। ਇਹ ਤੇ ਤੁਹਾਡੇ ਪਿਛਲੇ ਜਨਮ ਦੇ ਕਰਮ ਤੁਹਾਡੇ ਨਾਲ ਆ ਰਹੇ ਹੈ। ਪੂਰਵ ਜਨਮ ਅੰਕੁਰ ਜੋ ਪ੍ਰਗਟੇ ਪੇਟਿਓ ਪੁਰਖ ਰਸਕ ਬੈਰਾਗੀ। ਤੁਹਾਡੇ ਮਾਰਨਿੰਗ ਹੁੰਦੀ ਹਾਂਜੀ ਸਵੇਰੇ ਵੀ ਹੁੰਦੀ, ਸਵੇਰੇ ਵੀ ਸਾਡੇ ਨਾਲ ਹੁੰਦੀ, ਸਵੇਰੇ ਵੀ ਹੁੰਦੀ ਹੈਗੀ। ਅੱਛਾ, ਨਹੀਂ ਦੇਖੋ ਬੜੀ 13 ਸਾਲ ਦਾ ਬੱਚਾ ਜਿਹੜਾ ਹੈ ਤੇ ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ। इसने संगत ਨੂੰ ਚੈलेंज ਕੀਤਾ ਹੈ ਕਿ 29 ਤੱਕ ਤੁਸੀਂ ਸਭ ਨੇ अपने बसंत की बार पूरी सुनानी हैगी। सब ਨੂੰ चैलेंज ओह, ਕੀਤਾ है और डेली एक ਬੰਦਾ ਸੁਣਾਉਂਦਾ है, एक लेडी या बंदा कोई भी सुनाਉਂਦਾ है एक। अच्छा, हाँ जी बहुत अच्छा, बहुत अच्छा। फिर मार्क्स देंदी, सब ਨੂੰ मार्क्स देंदी है। नहीं, मैंने तो बड़ा अच्छा लगा, बहुत ही अच्छा लगा, क्योंकि ये तो दूसरे बच्चों वास्ते बड़ी बड़ी इनकरेजमेंट है। यस यस थैंक यू आंटी जी। बहुत अच्छा। बस तुसी कैरी ऑन, ਤੁਹਾਡੇ ਤੇ ਬੜੀ ਕਿਰਪਾ ਹੈ, ਤੁਸੀਂ ਤੇ ਕੁਝ ਬਣਨਾ ਹੈ। देखना तुझे कुछ बनना है, बहुत ऊंची चीज बनना है, बहुत तुसी ऊंचाइयां ते जाना। हाँ, संगत ਦੀ ਬਹੁਤ ਬਲੇਸਿੰਗ ਹੈਗੀ ਇਹਨੂੰ, ਸਾਰੀ ਸਵੇਰੇ ਰੋਜ਼ ਬਲੇਸਿੰਗ ਦੇਂਦੀ ਸੰਗਤਾਂ को। हाँ जी, संगत के परमात्मा ने इन्हें ब्लेस किया, ता ही इस पासे लगी है ना। हाँ, आप जी ने ब्लेसिंग देती हो, आप जी ने देती जी, थैंक यू जी। हरबंस कौर जी, तुसी कोई सवाल नहीं किया आज? No more questions? हाँ लवलीन जी, ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਦੱਸੋ। Where exactly is our man? I have my own understanding of it, and the brain, but I want to hear from you. ਕੀ ਤੁਹਾਡਾ ਕੁਐਸਚਨ ਕੀ ਹੈ, ਮੈਨੂੰ ਸਮਝ ਨਹੀਂ ਆਇਆ। ਕਿ ਸਾਡਾ ਮਨ ਜਦ 20 ਸਾਲ ਪਹਿਲੇ ਮੈਂ ਸੋਚਦੀ ਸਾਂ, ਮੇਰਾ ਮਨ ਦੀ ਗੱਲ ਮੈਂ ਆਪਣੇ ਹਿਰਦੇ ਨੂੰ ਮਨ ਸਮਝਦੀ ਸਾਂ, ਫਿਰ ਸਮਝ ਉਹ ਨਹੀਂ ਹੈ। हाँ हाँ, समझ आई 20 साल लगे के 5 लगे, समझ आई कि it is not that. Now my question to you is, brain ਨੂੰ ਮਨ ਕਵਾਂਗੇ ਜਾਂ brain ਦੇ ਵਿੱਚ ਮਨ ਕਵਾਂਗੇ ਜਾਂ brain ਦੀ conscious ਨੂੰ ਮਨ ਕਵਾਂਗੇ, ਜਾਂ how will we kind of put the man? देखो, कोई मैसेज है, कोई ਤੁਹਾਡੇ ਘਰ ਮੈਸੇਜ ਲੈ ਕੇ ਆਂਦਾ, जी जी, ठीक है ना, you receive that message, मैसेज लेके कौन आया है? ब्रेन। रिसीव किने कीता है? मन ने। मन जिहड़ा है एक्चुअली ये अंतःकरण दा सब तो इंपॉर्टेंट हिस्सा है। अंतःकरण के ये मन, बुद्धि, चित्त, अहंकार, ये इन्ना चारां दा असेंबलेंस है। फर्स्ट स्टेज ते मन जिहड़ा है, बट मैसेज सारे जिहड़े ने they are coming from the outer perceptions. Brain is receiving from the outer perceptions, listening, hearing, touching. This is the first, the brain will feel the sensation. This sensation will become a message. When it goes to the mind, it becomes a message. Everything first is received by the brain, but brain doesn't act. Brain gives message to the mind. So अंतःकरण जिहड़ा है, मन, बुद्धि, चित्त, अहंकार, ये डिवेलप हुंदा हुंदा जिन्हों असीं विवेक बुद्धि कहने आ, जदों उत्थे पहुंचदा है, और ये है मन ही मेन जिहड़ा इंस्ट्रूमेंट है, वो मन ही है।
ਭਾਵੇਂ ਇਹ ਅੰਤःਕਰਨ ਦੇ 4 ਪਾਰਟ ਨੇ, ਪਰ ਇਹ ਡਿਵੈਲਪ ਮਨ ਨੂੰ ਹੀ ਕਰ ਰਹੇ ਨੇ। ਐਂਡ ਜਿਹੜੇ ਸਾਡੀ ਸਾਰੀ ਇਸ ਹੈਂਡਲਿੰਗ ਹੈ, ਸਾਡੀ ਸਾਰੀ ਲਾਈਫ ਹੈ, ਉਹ ਮਨ ਦੇ ਉੱਤੇ ਚੱਲ। ਮਨ ਨੂੰ ਬੁੱਧੀ ਹੁਣ ਜਿਹੜੀ ਹੈ ਉਹ ਸ਼ਾਪ ਹੋ ਗਈ, ਉਹਨੇ ਹੁਣ ਮਨ ਨੂੰ ਹੀ ਜਿਹੜੀ ਹੈ ਸਿੱਖਿਆ ਦਿੱਤੀ ਕਿ ਇਹ ਨਹੀਂ ਇਹ ਕਰਨਾ ਹੈ। ਪਹਿਲਾਂ ਬੁੱਧੀ ਮਨ ਦੇ ਨਾਲ ਹੀ ਲੱਗੀ ਹੋਈ ਸੀ ਕਿ ਜੋ ਮਨ ਕਹੇ ਠੀਕ ਹੈ। ਹੁਣ ਮਨ ਜਿਹੜਾ ਹੈ ਉਹ ਆਤਮਾ ਵਾਲੇ ਪਾਸੇ ਚਲਾ ਗਿਆ, ਔਰ ਹੁਣ ਬੁੱਧੀ ਜਿਹੜੀ ਉਹ ਹੁਣ ਮਨ ਨੂੰ ਮੰਨਣ ਲੱਗ ਪਈ ਹੈ। ਬੁੱਧੀ ਹੁਣ ਬਣਾਉਣ ਲੱਗ ਪਈ ਹੈ। ਬੁੱਧੀ ਹੁਣ ਵਿਵੇਕ ਬੁੱਧੀ ਹੋ ਗਈ, which is discrimination, कि what is right and what is wrong. Discrimination is a deep understanding of things. What is right and what is wrong, what is what. So brain is very simple thing receiving the message, but pathways ਜਿਹੜੇ ਨੇ ਇਹਦੇ ਬੜੇ strong ਹੁੰਦੇ ਨੇ। ਅੱਜ ਜਿਹੜਾ ਤੁਸੀਂ ਹੁਣ ਸੁਣਿਆ ਲੈਕਚਰ ਸੁਣਿਆ, this first goes to the brain, then this message is conveyed to the mind, man. So brain doesn't act directly, then it gives message to the mind. Clear? ठीक है, thank you, thank you. ਤੁਸੀਂ ਕਹਿੰਦੇ brain does not work independently, it gives message to the mind. Yes. Could it be that brain doesn't work independently, it gives message to the man? No, it takes mind the brain ਇੱਕੋ ਨਹੀਂ ਹੋਏ? No, not at all. Mind is, it's not a center of a sense. It's a mechanical center. It's a mechanical center. It will take the message and ਉਹਦੀਆਂ vibration ਜਿਹੜੀਆਂ ਨੇ ਉਹ act ਕਰਕੇ mind ਦੇ message ਜਾਏਗਾ। Mind ਤੇ brain are totally different. ਭੈਣ ਜੀ ਇੱਕ ਵਾਰੀ ਫੇਰ please ਇੱਕ ਵਾਰੀ ਫੇਰ ਤੋਂ ਦੱਸੋ। ਅੱਛਾ, ਮੈਂ ਇੱਕ ਨਾ ਲੈਸਨ ਇੱਕ ਡੈਪਥ ਵਿੱਚ ਲੈਸਨ ਲੈ ਲਵਾਂਗੇ, ਜਿਸ ਤਰ੍ਹਾਂ I will tell you how the neurons work. Neurons, the total working of the neurons is mind. Total working. It doesn't take any action. It forms the vibration, sensation, and gives to the mind. Reception of the brain are messages to the mind. I think I'll take this topic one day, ਇਹਦੇ ਨਾਲ ਥੋੜਾ ਜਿਹਾ ਹੋਰ ਚੀਜ਼ਾਂ ਗਹਿਰੀਆਂ ਲੈ ਕੇ ਫਿਰ ਮੈਂ, ਕਿਉਂਕਿ ਅੱਜ ਜ਼ਿਆਦਾ ਨਹੀਂ ਫਿਰ ਮੈਂ ਕਰਨਾ ਚਾਹੁੰਦੀ ਸੀ, ਨਾਲੇ ਇੰਨਾ ਹੀ ਮਸਾ ਇੱਕ ਲੈਸਨ ਵਿੱਚ ਹੁੰਦਾ ਹੈ। But I think I need to differentiate between brain and mind. Yes, please, ਹਾਂਜੀ ਜੀ। ਠੀਕ ਹੈ, I'll do it. ਅੱਜ ਨਾ ਭੈਣ ਜੀ ਮੈਂ ਤੇ ਤੁਹਾਡਾ ਤੇ ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਕਿਹੜੇ ਟੌਪਿਕ ਤੇ ਲੈਸਨ ਕਰੋਗੇ, ਪਰ ਅੱਜ ਸਵੇਰ ਤੋਂ this is the topic that has been going on in my mind. ਸਵੇਰ ਤੋਂ different else ਮੈਂ so I wanted to just listen everything. ਤੁਸੀਂ ਕੀ ਕਹਿ ਰਹੇ ਹੋ, ਸੰਗਤ ਕੀ ਕਹਿ ਰਹੀ ਹੈਗੀ ਹੈ, because ਮੈਂ ਸਵੇਰ ਤੋਂ ਕਿਸੇ ਵੀ whatever ਬਿਲਕੁਲ ਐਦੀ ਜੀ to know this more in ਗਹਿਰਾਈ। I've been thinking about this a lot. So that's very बहुत अच्छा लगा सुन के सारा कुछ, पर still I think थोड़ा जिहा clarity राही मनुख अपने आत्मा। हाँ जी, ਇਹ ਮਨ ਆਰਚੀ ਹੈਗਾ, ਅਸੀਂ ਕਿਵੇਂ ਦੇਖੀਏ ਇਹਨੂੰ? ਮਨੁੱਖ ਆਪਣਾ ਆਤਮਿਕ ਜੀਵਨ ਕਿਵੇਂ ਵੇਖ ਸਕਦਾ ਹੈ? ਪਰ ਸਿਰਫ ਉਹੀ ਮਨੁੱਖ ਵੇਖ ਸਕਦਾ ਜਿਹੜੇ ਗੁਰੂ ਦੀ ਕਿਰਪਾ ਹੋਈ, ਉਹੀ ਵੇਖ ਸਕਦਾ ਹੈ। ਗੁਰੂ ਦਾ ਆਸਰਾ ਲੈਣ ਤੋਂ ਬਿਨਾਂ ਮਨ ਦਾ ਹੋਮਨ ਜੰਗਾਲ ਚ ਪਿਆ ਹੋਇਆ ਹੈ, ਆਪਣੀ ਕਰਦਾ ਹੈ ਮਨ ਤੇ। ਇਸ ਮਨ ਨੂੰ ਹੋਮਨ ਜੰਗਾਲ ਕਿਵੇਂ ਹਟਾਈ ਅਸੀਂ ਜੀ? ਹਾਂਜੀ ਇਹ ਸਾਨੂੰ ਪਵਿੱਤਰਤਾ ਬਾਣੀ ਕਿੱਥੋਂ ਮਿਲੇ ਜੀ? ਬਾਣੀ ਤੋਂ ਮਿਲੇਗਾ। ਮਨ ਦਾ ਮੈਲ ਕਿਵੇਂ ਉਤਰੀ? ਇਹ ਮਨ ਆਰਸੀ ਕੋਈ ਗੁਰਮੁਖ ਵੇਖੇ। ਪਰ ਜਿਹੜਾ ਹੈਗਾ ਨਾ ਮਤ ਮਨ, ਇਹਦਾ ਡਿਫਰੈਂਸ਼ੀਏਸ਼ਨ ਥੋੜਾ ਮਤ ਮਨ ਬੁੱਧ ਇਹ ਸਾਰੀ ਰਿਲੇਟਡ ਨੇ, ਸਾਰੀਆਂ ਰਿਲੇਟਡ ਨੇ ਸਾਰੇ, ਪਰ ਬਹੁਤ ਅੱਛਾ ਹੋਗਾ ਜੇ ਇਹਨੂੰ ਥੋੜਾ ਸਮਝ ਸਕੀਏ ਚੰਗੀ ਤਰ੍ਹਾਂ। ਹਰਬੰਸ ਕੌਰ ਜੀ, ਜਿਹੜਾ ਅੱਜ ਦਾ ਟੌਪਿਕ ਹੈ ਹਾਂਜੀ, ਉਹ ਤੇ ਐਂਡ ਸਰੈਂਡਰ ਹੈ ਨਾ, ਕਿ ਤੂੰ ਹੀ ਹੈ ਤੂੰ, ਮੈਂ ਤੇ ਹਾਂ ਹੀ ਨਹੀਂ। ਤੇ ਜਦੋਂ ਅਸੀਂ ਸਰੈਂਡਰ ਹੀ ਕਰ ਦਿੱਤਾ ਤੇ ਮਨ ਤੇ ਕਿੱਥੇ ਰਹਿ ਗਿਆ? ਇਹਨੂੰ ਤੇ ਕਹਿੰਦੇ ਨੇ ਮਨ ਮਰੇ, ਮਨ ਦਾ ਮਰਨਾ, ਕਿ ਜਦੋਂ ਮੈਂ ਹੈ ਹੀ ਨਹੀਂ
ਮਨ ਕਹਿੰਦਾ ਮੈਂ ਤੇ ਕਰ ਹੀ ਨਹੀਂ ਰਿਹਾ, ਕਰਨ ਵਾਲਾ ਕੋਈ ਹੋਰ ਹੈ, ਤੇ ਜਿਹੜਾ ਕਰਨ ਵਾਲਾ ਹੈ ਉਹਨੂੰ ਹੀ ਮੰਨਣਾ ਹੈ। ਉਹੀ ਤੇ ਸਰੈਂਡਰ ਹੈ ਸਾਡੀ, ਉਹੀ ਤੇ ਹੈ ਕਿ ਤੂੰ ਹੀ ਮੈਂ ਤੇ ਹੈ ਹੀ ਨਹੀਂ। ਤੇ ਜਦੋਂ ਉਹ ਕਹਿ ਕਰ ਦਿੱਤਾ ਤੇ ਕਿਰਪਾ, ਤੇ ਜਦੋਂ ਉਹ ਰਿਅਲਾਈਜ਼ ਹੀ ਹੋ ਗਿਆ ਤੇ ਇਹ ਤੇ ਉਹਦੀ ਕਿਰਪਾ ਹੈ। ਹਾਂਜੀ, ਗੁਰੂ ਦੀ ਬਰਕਤ ਨਾਲ ਸ਼ਬਦ ਦੀ ਸੰਤਾਂ ਸਮਝ ਆਏਗੀ, ਤਾਂ ਲਈ ਹੋਗੇ ਗੁਰੂ ਦੀ ਬਰਕਤ ਹੋਏਗੀ, ਗੁਰੂ ਦੀ ਮਿਹਰ ਹੋਏਗੀ ਤਾਂ ਇੰਚ। ਬਿਲਕੁਲ 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 ਗੁਰੂ ਦੀ ਮਿਹਰ ਹੀ ਤੇ ਸਾਰੀ ਹੈ। ਐਕਚੁਅਲੀ ਇਹ ਹੈ ਕਿ ਜੋ ਅਸੀਂ ਪੜ ਰਹੇ ਹਾਂ, ਕਰ ਰਹੇ ਹਾਂ, ਸੁਣਦੇ, ਗੁਰੂ ਦੀ ਮਿਹਰ ਹੀ ਹੈ ਸਾਰੀ। ਉਹਦੀ ਮਿਹਰ ਤੋਂ ਬਿਨਾਂ ਤੇ ਅਸੀਂ ਬੋਲ ਵੀ ਨਹੀਂ ਸਕਦੇ, ਉਹਦੀ ਮੋਹਰ ਤੋਂ ਬਿਨਾਂ ਤਾਂ ਅਸੀਂ ਸੋਚ ਵੀ ਨਹੀਂ ਸਕਦੇ। ਇਹ ਸਾਰੀ ਟੋਟਲ ਉਹਦੀ ਮਿਹਰ ਹੀ ਹੈ ਜੋ ਅਸੀਂ ਸੁਣ ਰਹੇ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਉਹ ਮਿਹਰ ਜਿਹੜੀ ਹੈ ਉਹ ਅਸੀਂ ਇੰਨਾ ਸਮਝੀਏ ਕਿ ਮੈਂ ਤੇ ਵਿੱਚੋਂ ਨਿਕਲ ਹੀ ਜਾਵਾਂ, ਉਹਦੀ ਮਿਹਰ ਹੀ ਸਿਰਫ ਰਹਿ ਜਾਵੇ, ਸਿਰਫ ਉਹ ਹੀ ਰਹਿ ਜਾਏ ਕਿ ਤੂੰ ਹੀ ਤੂੰ ਹੈ, ਮੈਂ ਤੇ ਹਾਂ ਹੀ ਨਹੀਂ। ਔਰ ਉਹ ਜਿਹੜੀ ਹੈ ਕਿ ਉਹਦੀ ਮਿਹਰ ਹੀ ਟੋਟਲ ਹੋ ਜਾ, ਹੋਰ ਕੁਝ ਸੋਚੀਏ ਨਾ ਕਿ ਮੈਂ ਵੀ ਹੈਗਾ, ਮੈਂ ਤੇ ਖਤਮ ਹੀ ਕਰਨੀ ਹੈ ਨਾ ਮੈਨੂੰ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਸੀ ਕੋਈ ਆਤਮਿਕ ਜੀਵਨ ਨਹੀਂ ਮਿਲ ਸਕਦਾ। ਗੁਰੂ ਦੀ ਸ਼ਰਨ ਤੇ ਪੈਣ ਤੋਂ ਬਿਨਾਂ ਆਤਮਿਕ ਜੀਵਨ ਉੱਥੇ ਮਿਲੇਗਾ ਸਾਨੂੰ, ਗੁਰੂ ਸਾਹਿਬ ਤੋਂ ਮਿਲ ਕੇ ਦੇਵੀ ਗੁਣ ਪ੍ਰਾਪਤ ਉੱਥੇ ਹੋਣਗੇ ਜੀ, ਗੁਰੂ ਸਾਹਿਬ ਤੋਂ ਜੀ। ਐਕਚੁਅਲੀ ਮੇਰਾ ਖਿਆਲ ਥੋੜਾ ਜਿਹਾ ਇੱਥੇ ਮੈਂ ਥੋੜਾ ਜਿਹਾ ਸਮਝਾਉਣਾ ਹੋਰ ਪਵੇਗਾ ਮੈਨੂੰ, ਕਿ ਜਿਹੜੀ ਅਸੀਂ ਗੁਰਬਾਣੀ ਪੜ ਰਹੇ ਹਾਂ ਔਰ ਉਹਨੂੰ ਅਸੀਂ ਕਹਿ ਰਹੇ ਹਾਂ ਕਿ ਉਹਨੂੰ ਸਮਝ ਕੇ ਇੱਥੋਂ ਤੱਕ ਪਹੁੰਚਣਾ ਹੈ ਕਿ ਵੀ ਮੈਂ ਤੇ ਹਾਂ ਨਹੀਂ ਤੂੰ ਹੀ ਹੈ, ਉਹ ਕਿਰਪਾ ਤੋਂ ਬਿਨਾਂ ਤੇ ਪਹੁੰਚਿਆ ਨਹੀਂ ਨਾ ਜਾਂਦਾ। ਉਹ ਤੇ ਉਹਦੀ ਕਿਰਪਾ ਹੋਏਗੀ ਤੇ ਪਹੁੰਚਿਆ ਜਾਏਗਾ। ਲੇਕਿਨ ਇਹ ਹੈ ਕਿ ਪਹਿਲਾਂ ਅਸੀਂ ਉਹਦੀ ਕਿਰਪਾ ਨੂੰ ਮੰਨੀਏ ਤੇ ਸਹੀ ਕਿ ਤੂੰ ਹੀ ਹੈ, ਮੈਂ ਤੇ ਹਾਂ ਹੀ ਨਹੀਂ। ਸੋ ਇਹ ਸਾਰਾ ਕੁਝ ਕਨੈਕਟਡ ਹੀ ਹੈ ਕਿ ਉਹਨੂੰ ਅਸੀਂ ਭਾਵੇਂ ਮਤਲਬ ਹਰ ਤਰੀਕੇ ਨਾਲ ਹੀ ਅਸੀਂ ਉਹਨੂੰ ਸੋਚ ਸਕਦੇ ਹਾਂ, ਐਕਸਪਲੇਨ ਕਰ ਸਕਦੇ ਹਾਂ। ਗੁਰੂ ਦੀ ਕਿਰਪਾ ਨਾਲ ਅਸੀਂ ਅੱਗੇ ਚੱਲ ਰਹੇ ਹੈਗੇ ਹਾਂ, ਗੁਰੂ ਦੀ ਕਿਰਪਾ ਨਾਲ ਅਸੀਂ ਸਭ ਕੁਝ ਹੋਇਆ, ਉਸ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ, ਲੇਕਿਨ ਉੱਥੇ ਅਸੀਂ ਇਹ ਸਫ਼ਰ ਹੈ ਸਾਡਾ ਕਿ ਗੁਰੂ ਕਿਰਪਾ ਹੀ ਅਸੀਂ ਮਨ ਦੇ ਵਿੱਚ ਧਾਰਨੀ ਹੈ ਕਿ ਸਿਰਫ ਤੇਰੀ ਇਹ ਕਿਰਪਾ ਹੀ ਹੈ, ਜਿਹੜਾ ਹੈ ਨਾ ਕਿ ਮੈਂ ਨਹੀਂ ਤੂੰ ਹੀ ਹੈ, ਇਹ ਸਿਰਫ ਟੋਟਲ ਉਹਦੀ ਕਿਰਪਾ ਹੀ ਹੈ ਕਿ ਤੇਰੀ ਕਿਰਪਾ ਹੀ ਸਾਰੀ ਹੋ ਰਹੀ ਹੈ ਲਾਈਫ ਦੇ ਵਿੱਚ। ਜੋ ਅਸੀਂ ਚੱਲ ਰਹੇ ਹਾਂ, ਫਿਰ ਰਹੇ ਹਾਂ, ਕਰ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਇਹ ਸਾਰੀ ਤੇਰੀ ਕਿਰਪਾ ਹੀ। ਕਿਰਪਾ ਜਿਹੜੀ ਹੈ ਉਹਨੂੰ ਅਸੀਂ ਪਰਮਾਨੈਂਟਲੀ ਆਪਣੇ ਭਾਵ ਦੇ ਵਿੱਚ ਲਿਆਣਾ ਹੈ ਕਿ ਤੇਰੀ ਕਿਰਪਾ ਤੋਂ ਬਿਨਾਂ ਕੁਝ ਹੈ ਹੀ ਨਹੀਂ। ਠੀਕ ਹੈ? ਹਾਂਜੀ ਹਾਂਜੀ ਹਾਂ, ਠੀਕ ਹੈ ਜੀ। ਹੋਰ ਕੋਈ ਕਿ ਹੁਣ ਬੰਦ ਕਰੀਏ ਤੁਸੀਂ? ਹਾਂਜੀ ਡਾਲੀ ਜੀ। ਹਾਂਜੀ ਨਹੀਂ ਭੈਣ ਜੀ, ਬਹੁਤ ਕਲਾਸ ਬਹੁਤ ਸੋਹਣੀ ਹੋਈ। ਆਈ ਵਾਸ ਜਸਟ ਥਿੰਕਿੰਗ ਕਿ ਦੇਖੋ ਕਿਸ ਤਰ੍ਹਾਂ ਵਾਹਿਗੁਰੂ ਕਰਦੇ ਨੇ। ਮੇਰੇ ਮਨ ਚ ਇੰਨੇ ਸਵਾਲ ਉੱਠ ਰਹੇ ਸੀਗੇ। ਸੋ ਤੁਸੀਂ ਅੱਜ ਤੁਹਾਡਾ ਟੌਪਿਕ ਤੁਸੀਂ ਲੈ ਲਿਆ। ਸੋ ਇਹਦਾ ਮਤਲਬ ਤੁਹਾਡੀ ਇੰਟੂਇਸ਼ਨ ਜਾਗ ਪਈ ਹੈ, ਇੰਟੂਇਸ਼ਨ ਇਹ ਦੱਸਦੀ ਹੈਗੀ ਕਿ ਅੱਜ ਇਹ ਹੋਣਾ। ਨਹੀਂ ਇੰਟੂਇਸ਼ਨ ਨਹੀਂ ਜਾਗੀ, ਮੇਰੇ ਕੁਐਸਚਨਾਂ ਦਾ ਸਵਾਲ ਕਰਕੇ ਵਾਹਿਗੁਰੂ ਨੇ ਤਰਸ ਖਾ ਕੇ ਕਿਹਾ ਇਹਨੂੰ ਦੱਸ ਦੋ, ਕੁਝ ਥੋੜਾ ਸਮਝਾ ਦਿਓ। ਇਹ ਗੱਲ ਬਹੁਤ ਮਨ ਦੇ ਬਾਰੇ ਬਹੁਤ ਸਮਝਾਇਆ, ਅੱਛਾ ਸਮਝਾਇਆ, ਬਹੁਤ ਅੱਛਾ ਸਮਝਾਇਆ ਮਨ ਦੇ ਬਾਰੇ ਤੇ। ਅੱਛਾ ਦੇਖੋ ਮੈਂ ਤੁਹਾਨੂੰ ਦੱਸਾਂ, ਇਹ ਇੱਕੋ ਹੀ ਗੱਲ ਹੁੰਦੀ ਹੈ ਕਿ ਤੁਹਾਡਾ ਫਿਰ ਸਵਾਲ ਕੀ ਹੈ, ਫਿਰ ਜਰਾ ਬੋਲਣਾ ਡੋਲੀ ਜੀ। ਨਹੀਂ ਮੇਰਾ ਸਵਾਲ ਨਹੀਂ ਭੈਣ ਜੀ, ਮੇਰਾ ਕਾਫੀ ਬਹੁਤ ਆਨਸਰ ਮਿਲੇ ਨੇ ਜੋ ਮੈਂ ਮਨ ਚ ਮੈਂ ਸੋਚ ਰਹੀ ਸਾਂ ਅੱਜ। ਐਕਚੁਅਲੀ ਪਤਾ ਕੀ ਹੈ ਕਿ ਅਸੀਂ ਨਾ ਕਈ ਵਾਰੀ ਉਸੇ ਚੀਜ਼ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਐਕਸਪਲੇਨ ਕਰ ਸਕਦੇ ਹਾਂ, ਤੇ ਕਈ ਵਾਰੀ ਕੀ ਹੁੰਦਾ ਹੈ ਮਨ ਕਿਉਂਕਿ ਸਾਡਾ ਬਹੁਤ ਖੁੱਲਾ ਨਹੀਂ ਨਾ ਹੈਗਾ, ਅਸੀਂ ਇੱਕ ਤਰੀਕਾ ਜਿਹੜਾ ਸਾਡੇ ਮਨ ਵਿੱਚ ਹੁੰਦਾ ਹੈ ਨਾ, ਅਸੀਂ ਉਹਨੂੰ ਸਮਝਦੇ ਹਾਂ ਇਹ ਤੇ ਠੀਕ ਹੈਗਾ ਵੇ, ਇਹ ਤੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਜੋ ਤੁਸੀਂ ਸਾਰੇ ਕਹਿ ਰਹੇ ਹੋ ਉਹ ਬਿਲਕੁਲ ਠੀਕ ਹੈ, ਬਿਲਕੁਲ ਉਹ ਠੀਕ ਹੈ, ਉਹ ਬਿਲਕੁਲ ਡਿਫਰੈਂਟ ਨਹੀਂ ਹੈਗਾ। ਬਾਣੀ ਸਾਰੀ ਇੱਕੋ ਹੀ ਮੈਸੇਜ ਦੇ ਰਹੀ ਹੈਗੀ ਏ, ਸਿਰਫ ਇਹ ਵੇ ਕਿ ਸਾਨੂੰ ਸਮਝਣ ਲੱਗਿਆ ਇਸ ਤਰ੍ਹਾਂ ਲੱਗਦਾ ਹੈਗਾ ਵੇ ਕਿ ਇਹ ਵੱਖਰਾ ਹੈ ਤੇ ਇਹ ਵੱਖਰਾ ਹੈ। ਐਕਚੁਅਲੀ ਮੈਸੇਜ ਉਹੀ ਹੈ, ਉਹਦੀ ਕਿਰਪਾ ਤੋਂ ਬਿਨਾਂ ਉਹ ਜਾਣਿਆ ਨਹੀਂ ਜਾਂਦਾ, ਔਰ ਉਹਨੂੰ ਜਾਣਨਾ ਹੀ ਸਾਡੇ ਜੀਵਨ ਦਾ ਪਰਪਸ ਹੈ। ਔਰ ਉਹ ਜੇ ਪਰਪਸ ਉਹੀ ਹੈ, ਜੇ ਅਸੀਂ ਉਹਨੂੰ ਹੀ ਪਰਪਸ ਹੀ ਬਣਾ ਲਿਆ ਹੈ
ਤੇ ਫਿਰ ਉਹਨੂੰ ਪਤਾ ਹੀ ਹੈ ਕਿ ਜੇ ਤੁਹਾਡਾ ਪਰਪਸ ਇਹ ਹੀ ਹੈ ਤੇ ਫਿਰ ਉਹ ਤੁਹਾਨੂੰ ਤੁਹਾਡੇ ਤੇ ਮਿਹਰਬਾਨ ਕਿਉਂ ਨਹੀਂ ਹੋਵੇ, ਤੁਹਾਨੂੰ ਪ੍ਰਸ਼ਾਦ ਕਿਉਂ ਨਹੀਂ, ਤੁਹਾਡੇ ਜੀਵਨ ਦਾ ਹੋਰ ਕੋਈ ਪਰਪਸ ਹੀ ਨਹੀਂ। ਤੁਹਾਡਾ ਪਰਪਸ ਹੀ ਉਹਨੂੰ ਜਾਣਨਾ ਹੈਗਾ। ਜੇ ਤੁਸੀਂ ਉਹਨੂੰ ਜਾਣਨਾ ਤੇ ਕੰਪਲੀਟ ਸਰੈਂਡਰ ਕਰੋਗੇ, ਅਰਦਾਸ ਵੀ ਕਰੋਗੇ, ਔਰ ਫਿਰ ਤੁਸੀਂ ਜਦੋਂ ਉਹਦੇ ਵਾਸਤੇ ਹੀ ਸਭ ਕੁਝ ਕਰ ਰਹੇ ਹੋ ਤੇ ਉਹ ਤੇ ਤੁਹਾਡੇ ਵੱਲ 10 ਕਦਮ ਅੱਗੇ ਆਏ, ਉਹ ਤੁਹਾਡੀ ਮਦਦ ਕਰਨ ਆਏ। ਔਰ ਪਰਪਸ ਤੇ ਸਾਰਾ ਇਸ ਸੈਸ਼ਨ ਦਾ ਇਹ ਹੀ ਹੈ, ਪ੍ਰੈਕਟੀਕਲ ਟ੍ਰੇਨਿੰਗ ਦਾ ਇਹ ਹੀ ਹੈ ਕਿ ਉਹਦੇ ਵਿੱਚੋਂ ਇਹ ਕੱਢਣਾ ਜਿਹੜਾ ਮੈਂ ਭਾਵ ਹੈ, ਜਿਹੜਾ ਹੰਕਾਰ ਦਾ ਭਾਵ ਹੈ, ਜਿਹਦੇ ਨਾਲ ਅਸੀਂ ਦੁਨਿਆਵੀ ਕੰਮਾਂ ਦੇ ਵਿੱਚ ਰੁੱਝੇ ਹੋਏ ਹਾਂ, ਉਹਦੇ ਤੋਂ ਜਦੋਂ ਨਿਕਲਾਂਗੇ ਕਿ ਮੈਂ ਨਹੀਂ ਕਰ ਰਿਹਾ, ਤੂੰ ਹੀ ਕਰ ਰਿਹਾ ਹੈਗਾ ਹੈ, ਔਰ ਇਹ ਤੇ ਇਹ ਉਹਦੀ ਕਿਰਪਾ, ਇਹ ਉਹਦਾ ਪ੍ਰਸ਼ਾਦ ਹੈ, ਇਹ ਸਭ ਕੁਝ। ਲੇਕਿਨ ਜਦੋਂ ਅਸੀਂ ਇੱਕ ਕਲੈਰਿਟੀ ਨਾਲ, ਇੰਟੈਂਸ਼ਨ ਨਾਲ ਲੱਗਾਂਗੇ ਤਾਂ ਮਦਦ ਤੇ ਜ਼ਰੂਰ ਕਰੇਗਾ, ਕਿਉਂਕਿ ਅਸੀਂ ਕਰ ਹੀ ਹੋ ਰਹੇ, ਹੁਣ ਸਾਡਾ ਪਰਪਸ ਹੀ ਲਾਈਫ ਦਾ ਕੋਈ ਨਹੀਂ। ਸੋ ਠੀਕ ਹੈ, ਜੇ ਹੋਰ ਕੋਈ ਸਵਾਲ ਨਹੀਂ ਹੈਗਾ ਤੇ ਫਿਰ ਮੇਰਾ ਹੈਲਪ। ਤੁਸੀਂ ਸਤਿੰਦਰ ਜੀ, ਤੁਸੀਂ ਕੋਈ ਸਵਾਲ ਨਹੀਂ ਕੀਤਾ? ਨਹੀਂ, ਤੁਸੀਂ ਬਹੁਤ ਸੋਹਣਾ ਸਮਝਾ ਦਿੱਤਾ ਕਿ ਸਵਾਲ ਰਿਹਾ ਨਹੀਂ ਹੈਗਾ। ਬਸ ਛੋਟਾ ਜਿਹਾ ਇੱਕ ਆਇਆ ਸੀ, ਜਿਵੇਂ ਵੀ ਇਹ ਸਾਰੀ ਕਾਫੀ ਡੀਪ ਹੈਗੀ ਹੈ ਚੀਜ਼ ਹੈ, ਤੇ ਜਿਹੜੇ 3 ਗੁਣ ਆਪਣੇ ਹੈਗੇ ਉਹਨਾਂ ਤੋਂ ਕਿਤੇ ਬੰਦਾ ਉਹਨਾਂ ਤੇ ਵਰਕ ਕਰਕੇ ਉੱਪਰ ਜਾਏ ਤੇ ਤਾਂ ਮਤਲਬ ਕਿ ਸਮਝਿਆ ਜਾ ਸਕਦਾ ਹੈ। Is that right? Yes, that is right. ਔਰ ਐਕਚੁਅਲੀ ਹਾਂ, ਇਹ ਮੈਂ ਹੁਣ ਸਮਝਾ ਰਹੀ ਸੀ ਕਿ ਐਕਚੁਅਲੀ 3 ਗੁਣਾਂ ਦੇ ਉੱਤੇ ਜਾਣ ਵਾਸਤੇ ਇਹ ਭਾਵ ਪੈਦਾ ਕਰਨਾ ਪਵੇਗਾ ਕਿ ਜਦੋਂ ਇਹ ਕਿ ਤੂੰ ਹੀ ਹੈ, ਮੈਂ ਹਾਂ ਹੀ ਨਹੀਂ, ਤੇ ਉਹ ਗੁਣ ਤੇ ਫਿਰ ਰਹਿਣਗੇ ਹੀ ਨਹੀਂ ਨਾ। ਠੀਕ ਹੈ ਨਾ? ਬਿਲਕੁਲ। ਜਦੋਂ ਮੈਂ ਜ਼ਿੰਮੇਵਾਰੀ ਉਹਦੇ ਤੇ ਸਾਰੀ ਦੇ ਦਿੱਤੀ ਕਿ ਮੈਂ ਤੇ ਹਾਂ ਹੀ ਨਹੀਂ, ਤੂੰ ਹੀ ਸਭ ਕੁਝ ਕਰ ਰਿਹਾ ਹੈ, ਤੇ then where are the ਗੁਨਾਸ ਤੇ ਉਹਨੇ ਜਿਹੜੇ ਸੀ ਜਿੰਨਾ ਚਿਰ ਮੈਂ ਸੀ। ਪਰ ਉਸ ਸਟੇਜ ਤੇ ਪਹੁੰਚਣ ਵਾਸਤੇ I think that's the hardest part, ਉਸ ਸਟੇਜ ਤੇ ਪਹੁੰਚਣਾ ਹੀ ਮਤਲਬ ਕਿ ਕਾਫੀ ਮਿਹਨਤ ਵਾਲਾ ਕੰਮ। It's just like a constant reminder every moment. Yes. Actually, I think ਇਹਨੂੰ ਤੁਸੀਂ ਬਹੁਤ ਸਾਰੇ ਤਰੀਕਿਆਂ ਨਾਲ ਸਮਝ ਸਕਦੇ ਹੋ। ਹਾਂਜੀ। ਕਿ ਜਿਹੜਾ ਹੈ ਕਿ ਵੀ ਇਹ ਸਫ਼ਰ ਜਿਹੜਾ ਹੈ ਕਿ ਤੂੰ ਨਹੀਂ, ਮੈਂ ਨਹੀਂ, ਤੂੰ ਹੀ ਹੈ। ਇਹਨੂੰ ਤੁਸੀਂ ਬਹੁਤ ਸਾਰੇ ਤਰੀਕਿਆਂ ਨਾਲ ਸਮਝ ਸਕਦੇ ਹੋ। ਕਿਸ ਤਰ੍ਹਾਂ ਅਸੀਂ ਵਿਕਾਰਾਂ ਨੂੰ ਹਟਾਉਣਾ ਹੈ, ਕਿਸ ਤਰ੍ਹਾਂ ਅਸੀਂ ਆਪਣਾ ਉਹ ਜਿਹੜੀਆਂ ਪਿਛਲੀ ਵਾਰੀ ਮੈਂ ਤੁਹਾਨੂੰ ਸਮਝਾਇਆ ਸੀ ਚੇਤਨਾ ਦਾ, ਕਿ ਚੇਤਨਾ ਕਿਸ ਤਰ੍ਹਾਂ ਡਿਵੈਲਪ ਹੁੰਦੀ। ਉਹ ਚੇਤਨਾ ਜਿਹੜੀ ਡਿਵੈਲਪਮੈਂਟ ਸੀ ਉਹ ਵਿਕਾਰਾਂ ਵਿੱਚੋਂ ਨਿਕਲਣ ਦੀ ਸੀ। ਤੇ ਪਹਿਲਾ ਸੀ ਕਿ ਵੀ ਆਪਣਾ ਜਿਹੜੀ ਹੈਗੀ ਹੈ, ਆਪਣੀ ਜਿਹੜੀ ਹੈਗੀ ਹੈ ਅਨਮਈ ਕੋਸ਼, ਉਹਦੇ ਤੋਂ ਚੱਲ ਕੇ ਤੁਸੀਂ ਅੱਗੋਂ ਫਿਰ ਆਪਣਾ ਮਨੋਮਈ ਤੇ ਪ੍ਰਾਣਾਮਈ ਤੇ ਮਨੋਮਈ, ਇਹ ਕੀ ਹੈ? ਇਹ ਉਹਦੇ ਤੇ ਵਰਕ ਹੈਗਾ ਵੇ, ਜਿਹੜਾ ਤੁਹਾਡੇ ਗੁਣ ਹੈਗੇ ਨੇ ਉਹਨਾਂ ਤੇ ਵਰਕ ਹੈਗਾ। ਦਿਸ ਇਜ਼ ਡਿਵੈਲਪਮੈਂਟ ਆਫ ਕੌਨਸ਼ੀਅਸਨੈਸ। ਜਦੋਂ ਚੇਤਨਾ ਉੱਚੀ ਚੜੀ ਹੁੰਦੀ ਜਾਂਦੀ ਹੈ ਤੇ ਅਵਗੁਣ ਇਹ ਜਿਹੜੇ ਨੇ, ਇਹ ਗੁਣ ਤੇ ਆਪਣੇ ਆਪ ਨਿਕਲਦੇ ਜਾਂਦੇ ਨੇ, ਰਜੋ ਸਤੋ ਇਹ ਤੇ ਆਪਣੇ ਆਪ ਹੀ ਨਿਕਲਦੇ ਜਾਣਗੇ ਫਿਰ, ਕਿਉਂਕਿ ਸਾਰੀ ਵਰਕਿੰਗ ਜਿਹੜੀ ਹੈ ਆਲ ਰਾਊਂਡ ਉੱਥੇ ਹੀ ਕੰਮ ਕਰ ਰਹੀ ਹੈ, ਬਾਰ ਉੱਥੇ ਹੀ ਆਏਗੀ। ਇਹ ਹੌਲੀ ਜਦੋਂ ਸਾਡਾ ਦਿਮਾਗ ਥੋੜਾ ਮਾਈਂਡ ਜ਼ਿਆਦਾ ਖੁੱਲ ਜਾਂਦਾ ਹੈ ਨਾ, ਫਿਰ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇੱਕ ਗੱਲ ਤੇ ਇੱਕੋ ਹੀ ਹੈ, ਪਰ ਉਹਨੂੰ ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਸੋਚ ਰਹੇ ਹਾਂ, ਐਕਸਪਲੇਨ ਕਰ ਰਹੇ ਹਾਂ। ਔਰ ਕਿਉਂਕਿ ਸਾਡੇ ਮਤਲਬ ਸਭ ਦੇ ਆਈਡੀਆਜ਼ ਉਸ ਆਈਡੀਆ ਨਾਲ ਸੋਚ ਰਹੇ ਹਾਂ, ਸਾਨੂੰ ਇਸ ਕਰਕੇ ਡਿਫਰੈਂਟ ਲੱਗਦਾ। ਪਰ ਇਹ ਗੱਲ ਸਾਰੀ ਕਿ ਉਹਨੂੰ ਜਿਸ ਤਰ੍ਹਾਂ ਵੀ ਕਹੋ ਕਿ ਕਹਿੰਦੇ ਨੇ ਕਿ ਬਈ ਸਰਾਂਦੀ 100 ਪੌਂਦੀ 100 ਲੱਖ ਦੇ ਵਿਚਕਾਰ ਹੀ ਆਣਾ, ਤੁਸੀਂ ਕਿੱਧਰੋਂ ਵੀ ਲੈ ਲਵੋ, ਤੁਸੀਂ ਉੱਥੇ ਹੀ ਪਹੁੰਚ ਰਹੇ ਹੋ। ਕਿਸੇ ਵੀ ਪ੍ਰਸਾਦ ਵੀ ਹੈ, ਗੁਣਾਂ ਤੋਂ ਵੀ ਬਾਹਰ ਨਿਕਲਣਾ ਹੈ, ਔਰ ਆਪਣਾ ਇਹ ਸਾਰੀਆਂ ਜਿਹੜੀਆਂ ਲੇਅਰਸ ਨੇ ਇਗਨੋਰੈਂਸ ਦੀਆਂ, ਅਨਕੌਂਸ਼ੀਅਸ ਦੀਆਂ, ਉਹਦੇ ਤੋਂ ਬਾਹਰ ਨਿਕਲਣਾ ਹੀ ਸਾਰੀ ਚੀਜ਼ ਹੈ। ਉਹੀ ਬ੍ਰੇਨ ਹੈ, ਉਹੀ ਮਾਈਂਡ, ਮਤਲਬ ਇਹ ਸਾਰਾ ਕੁਝ ਇੱਕੋ ਕੁਝ ਹੈ। ਵਰਕਿੰਗ ਜਿਹੜੀ ਸਾਰੀ ਇੱਕੋ ਹੀ ਹੈਗੀ ਹੈ, ਬਟ ਸਾਡਾ ਮਾਈਂਡ ਅਜੇ ਇੰਨਾ ਨਹੀਂ ਖੁੱਲਿਆ ਕਿ ਅਸੀਂ ਉਹਨੂੰ ਸਾਰੇ ਕੁਝ ਨੂੰ ਇੱਕ ਕਰ ਸਕੀਏ। ਹੌਲੀ that is a thing ਕਿ ਅਸੀਂ ਬਾਣੀ ਨੂੰ ਸਮਝ ਕੇ ਉਹਦੀ ਗਹਿਰਾਈ ਦੇ ਅੰਦਰ ਜਦੋਂ ਜਾਂਦੇ ਆ ਤੇ ਫਿਰ ਸਮਝ ਜਿਹੜੀ ਇਸ ਤਰ੍ਹਾਂ ਲੱਗਦਾ ਕਿ ਸਭ ਕੁਝ ਇੱਕੋ ਹੀ। ਇਹ ਤੇ ਸਾਰੇ ਪਾਸਿਆਂ ਤੋਂ ਦੇਖ ਲਓ ਤੇ ਗੱਲ ਤੇ ਉੱਥੇ ਆ ਰਹੀ ਹੈ। ਗੁਰੂ ਦੀ ਉਹੀ ਨਾ, ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਆਤਮਿਕ ਆਨੰਦ ਬੰਦਾ ਨਹੀਂ ਮਾਣ ਸਕਦਾ। ਇਹੀ ਹੈ ਨਾ, ਗੁਰੂ ਦਾ ਆਸਰਾ ਲੈਣ ਤੋਂ ਬਿਨਾਂ
ਮਨ ਦੀ ਬਿਲਕੁਲ ਗੁਰੂ ਦੀ ਅਸਲ ਬਿਲਕੁਲ ਅਸਲ ਲੈਣ ਤੋਂ ਬਿਲਕੁਲ ਬਿਨਾਂ ਇਹ ਮਨ ਦਾ ਜਿਹੜਾ ਜੰਗਾਲ ਲੱਗਿਆ, ਜੰਗਾਲ ਨਹੀਂ ਉਤਰ ਸਕਦਾ। ਨਾ ਜਨਮ ਬਿਲकुल ਜਨਮ वो ਕਿਸ तो ਮਨ है ਕੋ ਮਨ ਲੱਗੀ, ਕਾਲਾ ਹੋ बिल्कुल ਅਸਿਆ। हाँ हाँ ਤਾਂ ਗੁਰੂ बिल्कुल ਦੀ ਕਿਰਪਾ बिल्कुल ਨਾਲ ਇਹ ਨਹੀਂ ਜੰਗਾਲ ਬਿਲਕੁਲ ਤਾਂ ਇਹ ਤੁਹਾਡੀ ਉਤਰੇਗਾ। ਇਹਦੇ ਚ ਹਾਂਜੀ ਕੋਈ ਹਾਂਜੀ ਸ਼ੱਕ ਹੀ ਨਹੀਂ ਹੈਗਾ। ਉਹਦੀ ਕਿਰਪਾ ਤੋਂ ਬਿਨਾਂ ਤੇ ਤੁਸੀਂ ਮੰਗ ਹੀ ਉਹਦੀ ਕਿਰਪਾ ਰਹੇ ਹੋ। ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਵੀ ਮੈਂ ਤੂੰ ਹੀ ਹੈ, ਉਹ ਤੁਹਾਡੀ ਕਿਰਪਾ ਹੀ ਹੈ ਕਿ ਮੈਂ ਤੈਨੂੰ ਮਹਿਸੂਸ ਕਰ ਸਕਾਂ ਮੈਂ ਹੈ ਹੀ ਨਹੀਂ, ਤੂੰ ਹੀ ਹੈ। ਉਹ ਇੱਕ ਉਹਦੀ ਸ਼ਬਦ ਹੈ ਕਿਰਪਾ ਨਾ, ਤੋਂ ਸ਼ਬਦ ਹੈ ਨੀ, ਉਤਰੇ ਉਤਰੇ ਮਨੋ ਜੰਗੀਲਾ, ਉਤਰੇ ਮਨੋ ਜੰਗੀਲਾ ਤਾਈ ਹਾਂ ਉਤਰ ਸਕਦਾ ਹੈ, ਸ਼ਰਨ ਚਾਹੀਏ ਤਾਈ। ਇਹ ਸ਼ਬਦ ਹੈਗਾ ਪੂਰਾ, ਉਤਰੇ ਮਨੋ ਜੰਗੀਲਾ। ਹਾਂ ਹਾਂ ਜੇ ਮਨ ਤੇ ਜੰਗਾਲ ਲੱਗਿਆ ਸ਼ੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਨਾ ਆਨੰਦ ਦੀ ਪ੍ਰਾਪਤੀ ਹੋ ਸਕਦੀ, ਨਾ ਮਨ ਤੋਂ ਜੰਗਾਲ ਉਤਰ ਸਕਦਾ, ਨਾ ਮਨ ਦੀ ਮੈਲ ਉਤਰ ਸਕਦੀ। ਸੋ ਸਾਨੂੰ ਸਰੈਂਡਰ, ਆਪਣੇ ਨੂੰ ਸਰੈਂਡਰ ਕਰਨਾ ਪਏ ਗੁਰੂ ਅੱਗੇ। ਅਸੀਂ ਕੁਛ ਨਹੀਂ ਹਾਂ ਸੱਚਾ ਪਾਤਸ਼ਾਹ, ਜੋ ਤੂੰ ਕਰਨਾ ਆਪ ਨਹੀਂ ਕਰਨਾ, ਜੋ ਕਰਨਾ ਹੈ ਠੀਕ ਹੈ। ਨਹੀਂ ਬਹੁਤ ਅੱਛਾ ਆਪने ਬਿਲकुल समझाया जी, अपने बिल्कुल मन का बहुत बहुत अच्छा अच्छा समझाया जी, वेरी नाइस। बहुत थैंक यू अच्छा भैन जी। हाँ, थैंक यू सो मच। ਥੈਂਕ ਯੂ ਐਵਰੀਬਾਡੀ। ਥੋੜਾ ਜਿਹਾ ਅੱਜ ਮੁਸ਼ਕਿਲ ਸੀਗਾ ਬਟ ਅਸੀਂ ਸਫ਼ਰ ਸ਼ੁਰੂ ਤੇ ਕਰਨਾ ਹੀ ਹੈ ਨਾ, ਔਰ ਇਸ ਸਫ਼ਰ ਤੇ ਅੱਗੋਂ ਅਸੀਂ ਚੱਲਦੇ ਜਾਣਾ। मैंने मुश्किल से आपने बड़े सौखे ढंग ਨਾਲ ਸਾਨੂੰ ਸਮਝਾਇਆ। ਹਾਂ आपने ਔਖੇ ਨੂੰ ਸੌਖਾ ਕੀਤਾ ਜੀ ਆਪ ਜੀ ਨੇ। ਹਾਂ ਨਹੀਂ ਉਹ ਸਾਨੂੰ ਤੇ ਸਮਝ ਠੀਕ ਆ ਹੈ। ਗਈ ਜੀ। Very well. ਹਾਂਜੀ थैंक यू जी, थैंक यू जी, Thank you, Ji. Very nice. ਥੈਂਕ ਯੂ ਐਵਰੀਬਾਡੀ ਐਂਡ ਬੜਾ थैंक यू ਸਾਹਮਣੇ भैन जी, थैंक यू। ਥੈਂਕ ਯੂ ਰੇਨੂ ਜੀ, ਥੈਂਕ ਯੂ ਐਵਰੀਬਾਡੀ। ਚਲੋ ਡਾਲੀ ਜੀ ਫਿਰ ਬਹੁਤ ਸੋਹਣਾ ਅਰਦਾਸ ਸਮਝਾਇਆ ਕਰੀ। ਤੁਸੀਂ। फिर तो बोलो अश्विन जी, सुनाई नहीं देता जी। मैं कह रही थी आंटी जी ने बहुत सोना समझा दिया। या बहुत ਅਸ਼ਵਿਨ ਤੂੰ ਇੰਨਾ ਮੁਸ਼ਕਲ ਟੌਪਿਕ ਨੂੰ ਸਮਝ ਲਿਆ ਹੈ, ਮੈਂ ਤੇ ਕਹਿੰਦੀ ਆ ਤੇਰੇ ਤੇ ਤਾਂ ਬਹੁਤ ਹੀ ਵੱਡੀ ਕਿਰਪਾ ਹੈ। ਤੂੰ ਤੇ ਸਾਰਿਆਂ ਨੂੰ ਬਲੈਸ ਕਰ ਦੇ। थैंक यू आंटी। ਐਕਚੁਅਲੀ ਦਿਸ ਇਜ਼ ਦਾ ਫਾਈਨਲ ਸਟੇਜ, ਬਟ ਉਹਦਾ ਬਿਗਨਿੰਗ ਤੇ ਕਰਨਾ ਹੀ ਹੈ ਨਾ। ਕਈ ਵਾਰੀ ਅਸੀਂ ਬਿਗਨਿੰਗ ਬੜੀ ਲੇਟ ਕਰਨੇ ਆ, ਪਰ ਉਹਦਾ ਬਿਗਨਿੰਗ ਜੇ ਸ਼ੁਰੂ ਕਰਦੇ ਹੀ ਹੈ ਨਾ, ਫਿਰ ਹੁੰਦਾ ਸਾਰੀ ਗੁਰਬਾਣੀ ਸਾਨੂੰ ਉਧਰ ਹੀ ਲੈ ਜਾਂਦੀ ਹੈ। ਜਦੋਂ ਮੈਂ ਮਰ ਗਈ ਤੇ ਬਾਕੀ ਕੀ ਰਹਿ ਗਿਆ? ਮੈਂ ਨੂੰ ਮਾਰਨ ਕਰਕੇ ਅਸੀਂ ਉਹਦੀ ਸ਼ਰਨ ਜਾ ਰਹੇ ਹਾਂ, ਸਰੈਂਡਰ ਕਰ ਰਹੇ ਹਾਂ ਸਭ ਕੁਝ ਕਿ ਮੈਂ ਨੂੰ ਮਾਰਨ ਵਾਸਤੇ। ਸੋ ਇਹ ਹੈ ਕਿ ਇਹ ਹੁਣ ਜਿਹੜਾ ਸਫ਼ਰ ਅਸੀਂ ਸ਼ੁਰੂ ਕੀਤਾ, ਇਹਦੇ ਤੇ ਹੀ ਸਾਡੀ ਸਾਰੀ ਕਨਸੈਂਟਰੇਸ਼ਨ ਹੋਏਗੀ, ਤਾਂ ਕਿ ਅਸੀਂ ਇੱਕ ਦਿਨ ਇਸਟੈਬਲਿਸ਼ ਇਹ ਹੋ ਜਾਏ ਕਿ ਮੈਂ ਹਾਂ ਹੀ ਨਹੀਂ। ਅਸਲੀ ਪਹੁੰਚਣਾ ਸੀ ਇਹਦੇ ਤੇ ਕਿ ਮੈਂ ਹਾਂ ਹੀ ਨਹੀਂ। ਹੰਕਾਰ ਨੂੰ ਮਾਰਨ ਦਾ ਸਿਰਫ ਇੱਕੋ ਹੀ ਤਰੀਕਾ ਹੈ, ਹੰਕਾਰ ਹੈ ਹੀ ਇਸ ਗੱਲ ਦਾ ਕਿ ਮੈਂ। ਜਿਸ ਦਿਨ ਮੈਂ ਮਰ ਗਈ ਤੇ ਹੰਕਾਰ ਤੇ ਰਹਿ ਗਿਆ ਨਹੀਂ, ਹੰਕਾਰ ਨੂੰ ਤੇ ਦੌੜਨਾ ਹੀ ਪਵੇਗਾ। So anyway, it was a little bit difficult, but I tried to explain in very simple language, and thank you very much. हाँ डॉली जी, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਨਾ, ਇੱਕ ਹੈਗਾ ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ, ਗਰਭ ਨਾ ਕੀਜੈ ਨਾਨਕਾ ਮਤ ਸਿਰਾਵੇ ਭਾਰ। ਇਹ ਗਰਭ ਤੇ ਹੰਕਾਰ ਦੇ ਇਹ ਨਤੀਜਾ ਮਿਲਦਾ ਹੈਗਾ। ਬਿਲਕੁਲ ਜੀ, ਬਿਲਕੁਲ 100% ਰਾਈਟ। ਜੋ ਲੱਕ ਦੁਆਰੇ ਸੋਹਣੀ ਸੋਹਣੀ ਜਿਹੀ ਕਟਾਰ ਬਣੀ ਹੋਏ, ਘੋੜੇ ਤੇ ਸਵਾਰ ਹੋਏ, ਡਿੱਗ ਪਏ ਤਾਂ ਫੇਰ ਕੀ ਬਣੇਗਾ? ਸਭ ਕੁਝ ਖਤਮ ਹੋ ਜਾਏਗਾ ਨਾ। ਸੋ ਕਹਿਣ ਗਰਭ ਨਾ ਕੀਜੈ ਨਾਨਕਾ ਮਤ ਸਿਰਾਵੇ ਭਾਰ। ਗੁਰੂ ਨਾਨਕ ਸਾਹਿਬ ਦਾ ਸ਼ਬਦ ਇਹੀ ਹੈਗਾ ਜੀ। ਬਿਲਕੁਲ ਹਰਬੰਸ ਕੌਰ ਜੀ, ਬਹੁਤ ਇਹ ਸਾਰਾ ਕੁਝ ਸਾਨੂੰ ਉਧਰ ਹੀ ਲਿਜਾ ਰਿਹਾ। ਦੇਖੋ ਇਹ ਤੁਹਾਡੀ ਗੁਰਬਾਣੀ ਜਿਹੜੀ ਆਪਣਾ ਜਿਹੜਾ ਅਰਥ ਹੈ, ਇਹ ਸਾਰਾ ਉਧਰ ਹੀ ਲਿਜਾ ਰਿਹਾ ਸਾਨੂੰ। ਬਹੁਤ ਅੱਛਾ, ਵੈਰੀ ਨਾਈਸ। ਡਾਲੀ ਜੀ ਅਰਦਾਸ ਕਰੋਗੇ? चलो हाँ जी, हाँ जी। सतनाम श्री वाहिगुरु साहिब जी। अरदास एक ओंकार। श्री वाहिगुरु जी की फतेह। श्री भगवती जी सहाय वार। श्री भगवती जी की पातशाही 10वीं। प्रथम भगवती सिमर के गुरु नानक रही त्याय, फिर अंगद गुरु ते अमरदास रामदास से हुई सहाय। अर्जन हर गोबिंद नु सिमरो श्री हर राय। श्री हरकृष्ण त्याइए जिस डिठे सब दुख जाए, तेग बहादुर सिमरे करना नितावे धाय, सब थाई उन्हां दी सहाय। 10वें पातशाह श्री गुरु गोबिंद सिंह जी महाराज, सब थाई उन्हां दी सहाय। 10 पातशाहियां दी जोर। श्री गुरु ग्रंथ साहिब जी दे पाठ दर्शन दीदार दा ध्यान करके बोलना जी वाहिगुरू। ये सच्चे पिता वाहिगुरू जी, आप जी का कोटान कोटान शुकराना है। दातार पिता जी, अपनी सारी संगत ते अपार कृपालता करके संगत दे रूप च इकट्ठा किया। सच्चे पिता वाहिगुरू जी, आप जी ने भैन जी तो अपने शब्दां दी विचार गुरबाणी दे विच किस तरह अपने आप ਨੂੰ ਖਤਮ ਕਰਨ ਦਾ ਹੈਗਾ, ਇਸ ਨੂੰ ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ। ਸੱਚੇ ਪਿਤਾ ਵਾਹਿਗੁਰੂ ਜੀ, ਅਰਦਾਸ ਕੀਤੀ ਹੈ ਸਾਡੇ ਮਨ ਵਿੱਚ ਅੰਦਰ ਆਪ ਜੀ ਵਸੋ, ਤਾਂ ਕਿ ਸਾਡਾ ਜਿਹੜਾ ਹਉਮੈ ਦਾ ਰੋਗ ਹੈਗਾ ਉਹ ਕੱਟਿਆ ਜਾਏ। ਸੱਚੇ ਪਿਤਾ ਵਾਹਿਗੁਰੂ ਜੀਓ,
ਬੁਰੀਆਂ ਕੰਮਾਂ ਪਾਪਾਂ ਖਿਆਲਾਂ ਤੋਂ ਹੱਥ ਦੇ ਕੇ ਰੱਖਿਆ ਕਰੋ। ਉਹੀ ਵਿਚਾਰ ਸਾਡੇ ਅੰਦਰ ਲਿਆਓ ਜੋ ਆਪ ਜੀ ਦੇ ਮਨ ਨੂੰ ਪਾਵਨ। ਸੱਚੇ ਪਿਤਾ ਵਾਹਿਗੁਰੂ ਜੋ ਸਾਰੇ ਸੰਸਾਰ ਵਿੱਚ ਸੁਖ ਸ਼ਾਂਤੀ ਵਰਤਾਓ। ਸਾਰੀ ਸੰਗਤ ਨੂੰ ਸਿਹਤ ਦਾਨ ਬਖਸ਼ੋ ਤਾਂ ਕਿ ਅਰੋਗ ਸਵਸਥ ਸਰੀਰ ਨਾਲ ਆਪ ਦੀ ਸੰਗਤ ਵਿੱਚ ਬੈਠ ਸਕਣ, ਆਪ ਦੇ ਵਿਚਾਰ ਨੂੰ ਸੁਣ ਸਕਣ। ਕਿਸਾਨ ਪਰਿਵਾਰਾਂ ਦੇ ਅੰਗ ਸੰਗ ਸਹਾਈ ਹੋ ਸੱਚੇ ਪਿਤਾ ਵਾਹਿਗੁਰੂ ਜੀਓ। ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਮਾਫ ਕਰਨਾ ਜੀ। ਸੋਈ ਗੁਰਮੁਖ ਪਿਆਰਿਆਂ ਨੂੰ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਸਵਾਸ ਸਵਾਸ ਚਿਤਾਵੇ, ਸੁਖ ਹੋਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਥੈਂਕ ਯੂ ਜੀ ਦਾਲੀ ਜੀ, ਭੈਣ ਜੀ, ਹਰਬੰਸ ਕੌਰ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ ਬਹੁਤ ਅੱਛਾ ਲੱਗਾ। ਜੀ। ਥੈਂਕ ਯੂ ਜੀ। ਓਕੇ ਜੀ। ਡਾਲੀ ਜੀ ਮੈਂ ਤੁਹਾਨੂੰ ਲੇਖ ਭੇਜਿਆ, ਤੁਸੀਂ ਪੜ੍ਹੇ? ਮੈਂ ਤੁਹਾਨੂੰ ਇੱਕ ਲੇਖ ਭੇਜਿਆ ਇੱਕ। ਡਾਲੀ ਚਲੇ ਗਏ? हाँ जी वो चले गए हैं। ओके।